ਵਾਹਿਗੁਰੂ ਸਾਹਿਬ ਜੀਓ। ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤਉ ਸਰਣ ਆਏ ਜੀਓ। ਮੈਂ ਆਸਾ ਰੱਖੀ ਚਿਤ ਮਹਿ, ਮੇਰਾ ਸਭ ਦੁੱਖ ਗਵਾਏ ਜੀਓ। ਬੇਸ਼ੁਮਾਰ ਅਥਾਹ ਅਗਾਨਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਇਆ ਭੁਯੰਗਮ ਸਰਪ ਹੈ, ਜਗ ਘੇਰਿਆ ਬਿਖ ਮਾਏ। ਬਿਖ ਕਾ ਮਾਰਨ ਹਰ ਨਾਮ ਹੈ, ਗੁਰ ਗਰੁੜ ਸ਼ਬਦ ਮੁਖ ਪਾਏ। ਜਿਨ ਕੋ ਪੂਰਬ ਲਿਖਿਆ, ਤਿਨ ਸਤਿਗੁਰ ਮਿਲਿਆ ਆਏ। ਮਿਲ ਸਤਿਗੁਰ ਨਿਰਮਲ ਹੋਇਆ, ਬਿਖ ਹਉਮੈ ਗਿਆ ਬਿਲਾਏ। ਗੁਰਮੁਖਾ ਕੇ ਮੁਖ ਉਜਲੇ, ਹਰ ਦਰਗਹਿ ਸੋਭਾ ਪਾਏ। ਜਨ ਨਾਨਕ ਸਦਾ ਕੁਰਬਾਨ ਤਿਨ, ਜੋ ਚਾਲਹਿ ਸਤਿਗੁਰ ਪਾਏ। ਮਾਇਆ ਭੁਯੰਗਮ ਸਰਪ ਹੈ, ਜਗ ਘੇਰਿਆ ਬਿਖ ਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਵਾਰਾਂ ਤੇ ਵਧੇਕ ਵਾਰਾਂ ਵਿੱਚ ਲਿਖਣ ਤੋਂ ਜਿਹੜੇ ਵਾਧੂ ਬਚੇ ਹੋਏ ਸ਼ਲੋਕ ਸਨ, ਸ਼ਬਦ ਸਨ, ਉਹਨਾਂ ਦੀ ਵਿਚਾਰ ਸਰਵਣ ਕਰ ਰਹੇ ਹੋ। ਤੀਜੇ ਪਾਤਸ਼ਾਹ ਭੱਲਿਆਂ ਦੀ ਬੰਸ ਦੇ ਅਵਤੰਸ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਪਾਵਨ ਸ਼ਲੋਕਾਂ ਦੀ ਕਥਾ ਪ੍ਰਾਰੰਭ ਹੈ। 21 ਸ਼ਲੋਕਾਂ ਦੀ ਕਥਾ ਵਿਚਾਰ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਅਗਲੇ ਸ਼ਲੋਕਾਂ ਦੀ ਵਿਚਾਰ ਆਪ ਸੰਗਤਾਂ ਸਰਵਣ ਕਰੋ ਤੇ ਇੱਕ ਵਾਰ ਸ਼ਰਧਾ ਭਾਵਨਾ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਇਆ ਭੁਯੰਗਮ ਸਰਪ ਹੈ, ਜਗ ਘੇਰਿਆ ਬਿਖ ਮਾਏ। ਗੁਰੂ ਅਮਰਦਾਸ ਮਹਾਰਾਜ ਦੇ ਪਾਵਨ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਮਾਇਆ ਇੱਕ ਕੁੰਡਲੀਆ ਨਾਗ ਹੈ। ਇਹਨੇ ਸਾਰੇ ਸੰਸਾਰ ਨੂੰ ਘੇਰਿਆ ਹੋਇਆ ਹੈ। ਇਸ ਤੋਂ ਕਿਵੇਂ ਬਚਿਆ ਜਾਵੇ? ਇਸ ਦੀ ਜ਼ਹਿਰ ਨੂੰ ਕਿਵੇਂ ਮਾਰਿਆ ਜਾਵੇ? ਇੱਕ ਥਾਂ ਤੇ ਸਤਿਗੁਰੂ ਦੇ ਬਚਨ ਆਏ ਹਨ, ਮਾਇਆ ਹੋਈ ਨਾਗਣੀ ਮਾਇਆ ਸਪਣੀ ਬਣੀ ਹੋਈ ਹੈ। ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰ ਖਾਏ। ਸਪਣੀ ਦਾ ਸੁਭਾਅ ਹੁੰਦਾ ਹੈ, ਉਹ ਆਪਣੇ ਬੱਚਿਆਂ ਨੂੰ ਆਪ ਹੀ ਨਿਗਲ ਜਾਂਦੀ ਹੈ।
ਜਿਹੜੇ ਮਾਇਆ ਦੇ ਪੁੱਤ ਨੇ, ਮਾਇਆ ਦੇ ਪੁਜਾਰੀ ਨੇ, ਮਾਇਆ ਦੇ ਲੋਭੀ ਨੇ, ਮਾਇਆ ਉਹਨਾਂ ਨੂੰ ਨਿਗਲ ਜਾਂਦੀ ਹੈ। ਇਸੇ ਲਈ ਹਜ਼ੂਰ ਫਰਮਾਉਂਦੇ ਹਨ, ਮਾਇਆ ਭੁਯੰਗਮ ਸਰਪ ਹੈ। ਗੁਰਮੁਖੋ, ਮਾਇਆ ਭੁਯੰਗਮ ਦਾ ਅਰਥ ਹੈ ਕੁੰਡਲਾਂ ਵਾਲਾ ਸੱਪ ਹੈ। ਇੱਕ ਤਾਂ ਸਾਧਾਰਨ ਸੱਪ ਹੁੰਦੇ ਨੇ, ਉਹਨਾਂ ਵਿੱਚ ਜ਼ਹਿਰ ਵੀ ਘੱਟ ਹੁੰਦੀ ਹੈ, ਨਾ ਮਾਤਰ ਹੁੰਦੀ ਹੈ। ਪਰ ਇਹ ਜਿਹੜੀ ਮਾਇਆ ਹੈ, ਇਹ ਕੁੰਡਲੀਆ ਨਾਗ ਹੈ ਅਤੇ ਇਹਦੇ ਵਿੱਚ ਜ਼ਹਿਰ ਵੀ ਬੜੀ ਖਤਰਨਾਕ ਹੈ। ਜਿਵੇਂ ਕਈ ਸੱਪ ਬਹੁਤ ਘਾਤਕ ਜ਼ਹਿਰ ਵਾਲੇ ਹੁੰਦੇ ਨੇ। ਹਜ਼ੂਰ ਫਰਮਾਉਂਦੇ ਨੇ, ਇਹ ਮਾਇਆ ਕੁੰਡਲੀਆ ਨਾਗ ਹੈ ਅਤੇ ਇਹਦੇ ਵਿੱਚ ਬਹੁਤ ਸਾਰੀ ਵਿਸ਼ੇ ਵਾਸ਼ਨਾ ਦੀ, ਹਉਮੈ ਹੰਕਾਰ ਦੀ, ਵਿਕਾਰਾਂ ਦੀ ਜ਼ਹਿਰ ਭਰੀ ਹੋਈ ਹੈ। ਇਸ ਮਾਇਆ ਰੂਪੀ ਸੱਪ ਨੇ, ਮਾਏ ਦਾ ਅਰਥ ਹੈ ਹੇ ਮਾਂ, ਹੇ ਉਤਮ ਸਖੀ, ਹੇ ਭਾਈ, ਸਾਰੇ ਸੰਸਾਰ ਨੂੰ ਘੇਰ ਕੇ ਰੱਖਿਆ ਹੋਇਆ ਹੈ। ਬਿਖ ਕਾ ਮਾਰਨ ਹਰ ਨਾਮ ਹੈ, ਗੁਰ ਗਰੁੜ ਸ਼ਬਦ ਮੁਖ ਪਾਏ। ਫਿਰ ਇਸ ਸੱਪ ਦੀ ਜ਼ਹਿਰ ਨੂੰ ਮਾਰਨ ਦਾ ਮਸਾਲਾ ਕਿਹੜਾ ਹੈ? ਹਜ਼ੂਰ ਕਹਿੰਦੇ ਬਿਖ ਕਾ ਮਾਰਨ ਹਰ ਨਾਮ ਹੈ। ਮਾਇਆ ਰੂਪੀ ਸੱਪ ਦੀ ਜ਼ਹਿਰ ਨੂੰ ਮਾਰਨ ਦਾ ਮਸਾਲਾ ਵਾਹਿਗੁਰੂ ਦਾ ਨਾਮ ਹੈ। ਗੁਰ ਗਰੜ ਸ਼ਬਦ ਮੁਖ ਪਾਏ। ਜਿਸ ਮਨੁੱਖ ਨੇ ਗਾਰੜੂ ਮੰਤਰ ਸਿੱਧ ਕੀਤਾ ਹੋਵੇ, ਉਹਨੂੰ ਸੱਪ ਦੀ ਜ਼ਹਿਰ ਨਹੀਂ ਚੜ੍ਹਦੀ। ਜੇ ਕਿਸੇ ਹੋਰ ਨੂੰ ਵੀ ਸੱਪ ਲੜਿਆ ਹੋਵੇ, ਗਾਰੜੂ ਮੰਤਰ ਪੜ੍ਹ ਕੇ ਉਸ ਦੀ ਜ਼ਹਿਰ ਨੂੰ ਲਾ ਸਕਦੇ। ਗਰੀਬਨਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਇਸ ਮਾਇਆ ਰੂਪੀ ਸੱਪ ਦੀ ਜ਼ਹਿਰ ਨੂੰ ਮਾਰਨ ਵਾਲਾ ਵਾਹਿਗੁਰੂ ਦਾ ਨਾਮ ਹੈ। ਗੁਰ ਗਰੜ ਸ਼ਬਦ ਮੁਖ ਪਾਏ, ਉਹੀ ਭਾਈ ਗਾਰੜੂ ਮੰਤਰ ਹੈ। ਉਸ ਗੁਰੂ ਦੇ ਗਾਰੜੂ ਮੰਤਰ ਗੁਰ ਸ਼ਬਦ ਨੂੰ ਮੁਖ ਦੇ ਵਿੱਚ ਪਾ ਲਵੋ। ਹਰ ਵੇਲੇ ਵਾਹਿਗੁਰੂ 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 ਜਪਦੇ ਰਹੋ, ਫਿਰ ਉਹ ਤੁਹਾਡੇ ਅੰਦਰਲੀ ਜ਼ਹਿਰ ਨੂੰ ਨਾਸ਼ ਕਰ ਦੇਵੇਗਾ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਇ ਨਾ ਵਸਹਿ ਇੱਕ ਠਾਈ। ਹਉਮੈ ਜ਼ਹਿਰ ਹੈ। ਪਰਮੇਸ਼ਰ ਦਾ ਨਾਮ ਗਾਰੜੂ ਮੰਤਰ ਹੈ। ਜਦੋਂ ਗਾਰੜੂ ਮੰਤਰ ਮੁਖ ਦੇ ਵਿੱਚ ਪਾ ਲਿਆ, ਫਿਰ ਇਹ ਜਿਹੜੀ ਮਾਇਆ ਰੂਪੀ ਸੱਪ ਦੀ ਜ਼ਹਿਰ ਹੈ, ਇਹ ਨਾਸ਼ ਹੋ ਜਾਂਦੀ ਹੈ। ਜਿਨ ਕੋ ਪੂਰਬ ਲਿਖਿਆ, ਤਿਨ ਸਤਿਗੁਰ ਮਿਲਿਆ ਆਏ। ਜਿਨ੍ਹਾਂ ਦੇ ਪੂਰਬਲੇ ਚੰਗੇ ਪਾਗ ਲਿਖੇ ਹੁੰਦੇ ਨੇ, ਤਿਨ ਸਤਿਗੁਰ ਮਿਲਿਆ ਆਏ, ਬਈ ਉਹਨਾਂ ਨੂੰ ਸੰਸਾਰ ਵਿੱਚ ਆ ਕੇ ਸੱਚਾ ਸਤਿਗੁਰੂ ਮਿਲ ਜਾਂਦਾ। ਇਹਦਾ ਮਤਲਬ ਇਹ ਹੈ, ਬਹੁਤੇ ਲੋਕ ਨਗੁਰੇ ਹੀ ਤੁਰੇ ਫਿਰਦੇ ਹਨ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਮ ਬੁਰਾ। ਨਗੁਰੇ ਆਦਮੀ ਹੀਲ ਹੁਜਤਾਂ ਬਹੁਤ ਕਰਦੇ ਨੇ, ਪਰ ਸਤਿਗੁਰੂ ਨੇ ਫਰਮਾਇਆ, ਜਿਉਂ ਨਗੁਰਾ ਬਹੁ ਬਾਤਾਂ ਜਾਣੈ, ਉਹ ਹਰ ਦਰਗਾਹ ਹੈ ਭ੍ਰਸ਼ਟੀ। ਵਾਹਿਗੁਰੂ ਦੀ ਦਰਗਾਹ ਦੇ ਵਿੱਚ ਤੇ ਉਸ ਨੂੰ ਭ੍ਰਸ਼ਟਿਆ ਹੋਇਆ ਸਮਝਿਆ ਜਾਂਦਾ। ਇਸੇ ਲਈ ਜਿਸ ਨੇ ਪੂਰਬਲੇ ਪੁੰਨ ਕਰਮ ਕੀਤੇ ਹੁੰਦੇ ਨੇ, ਤੇ ਉਹਨਾਂ ਨੂੰ ਇੱਥੇ ਆ ਕੇ ਸਤਿਗੁਰੂ ਪ੍ਰਾਪਤ ਹੋ ਜਾਂਦਾ ਹੈ। ਮਿਲ ਸਤਿਗੁਰ ਨਿਰਮਲ ਹੋਇਆ, ਬਿਖ ਹਉਮੈ ਗਿਆ ਬਿਲਾਏ। ਵੀ ਸਤਿਗੁਰੂ ਗਾਰੜੂ ਮੰਤਰ ਬਖਸ਼ਿਸ਼ ਕਰਨ ਵਾਲੇ ਨੇ। ਸਤਿਗੁਰੂ ਦੇ ਨਾਲ ਮਿਲ ਕੇ ਸਾਡਾ ਤਨ ਵੀ ਅਤੇ ਸਾਡਾ ਮਨ ਵੀ, ਸਾਰਾ ਜੀਵਨ ਨਿਰਮਲ ਹੋ ਗਿਆ। ਬਿਖ ਹਉਮੈ ਗਿਆ ਬਿਲਾਏ। ਬਿਖ ਦਾ ਅਰਥ ਹੈ ਜ਼ਹਿਰ। ਹਉਮੈ ਦੀ ਜ਼ਹਿਰ ਸਾਡੇ ਤਨ ਵਿੱਚੋਂ ਵੀ ਨਿਕਲ ਗਈ ਅਤੇ ਮਨ ਦੇ ਵਿੱਚੋਂ ਵੀ। ਵਿਲਾਏ ਦਾ ਅਰਥ ਹੈ ਵਿਸਰਜਨ ਹੋ ਗਈ ਹੈ। ਪਹਿਲਾਂ ਉਹ ਜ਼ਹਿਰ ਸਾਡੇ ਮਨ ਦੇ ਵਿੱਚੋਂ ਨਿਕਲੀ,
ਫਿਰ ਸਰੀਰ ਵਿੱਚੋਂ ਵੀ ਉਸ ਹਉਮੈ ਦੀ ਜ਼ਹਿਰ ਦਾ ਪ੍ਰਭਾਵ ਖਤਮ ਹੋ ਗਿਆ। ਗੁਰਮੁਖਾ ਕੇ ਮੁਖ ਉਜਲੇ, ਹਰ ਦਰਗਹਿ ਸੋਭਾ ਪਾਏ। ਹੁਣ ਜਿਨ੍ਹਾਂ ਗੁਰਮੁਖਾਂ ਨੇ ਸਤਿਗੁਰੂ ਪਾਸੋਂ ਨਾਮ ਦਾ ਗਾਰੜੂ ਮੰਤਰ ਪ੍ਰਾਪਤ ਕੀਤਾ ਤੇ ਨਾਮ ਦੀ ਕਮਾਈ ਕਰਕੇ ਹਉਮੈ ਦੀ ਜ਼ਹਿਰ ਨੂੰ ਮਨ ਤੇ ਤਨ ਤੋਂ ਬਾਹਰ ਕੱਢ ਦਿੱਤਾ, ਗੁਰਮੁਖਾਂ ਕੇ ਮੁਖ ਉਜਲੇ, ਫਿਰ ਉਹਨਾਂ ਗੁਰਮੁਖਾਂ ਦੇ ਮੁਖ ਉਜਲੇ ਹੁੰਦੇ ਨੇ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ, ਹਰ ਦਰਗਹਿ ਸੋਭਾ ਪਾਏ। ਫਿਰ ਉਹ ਵਾਹਿਗੁਰੂ ਦੀ ਦਰਗਾਹ ਵਿੱਚ ਵੀ ਸੋਭਾ ਪਾਉਂਦੇ ਹਨ। ਜਨ ਨਾਨਕ ਸਦਾ ਕੁਰਬਾਨ ਤਿਨ, ਜੋ ਚਾਲਹਿ ਸਤਿਗੁਰ ਭਾਏ। ਗਰੀਬਨ ਵਾਲ ਸਤਿਗੁਰੂ ਜੀ ਫਰਮਾਉਂਦੇ ਨੇ, ਦਾਸ ਨਾਨਕ ਹਮੇਸ਼ਾ ਲਈ ਉਹਨਾਂ ਤੋਂ ਕੁਰਬਾਨ ਜਾਂਦਾ ਹੈ ਜੋ ਚੱਲ ਹੈ ਸਤਿਗੁਰ ਪਾਏ। ਜਿਹੜੇ ਗੁਰਸਿੱਖ ਸਤਿਗੁਰੂ ਦੇ ਅਨੁਸਾਰ ਹੋ ਕੇ ਚੱਲਦੇ ਨੇ, ਜੋ ਗੁਰੂ ਦੇ ਹੁਕਮ ਦੀ ਪਾਲਣਾ ਕਰਦੇ ਨੇ। ਗੁਰਸਿੱਖ ਮੀਤ ਚਲਹੁ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮੰਨਹੁ, ਹਰ ਹਰ ਕਥਾ ਨਿਰਾਲੀ। ਉਹ ਗੁਰਮੁਖ ਜੋ ਸਤਿਗੁਰੂ ਦੇ ਅਨੁਸਾਰ ਹੋ ਕੇ ਚੱਲਦੇ ਨੇ, ਅਸੀਂ ਉਹਨਾਂ ਤੋਂ ਹਮੇਸ਼ਾ ਲਈ ਸਦਕੇ ਜਾਂਦੇ ਹਾਂ। ਸਤਿਗੁਰ ਪੁਰਖ ਨਿਰਵੈਰ ਹੈ, ਨਿਤ ਹਿਰਦੈ ਹਰ ਲਿਵ ਲਾਏ। ਲਓ ਹੁਣ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਕੁਝ ਲੋਕ ਜਿਹੜੇ ਗੁਰੂ ਘਰ ਦੇ ਨਿੰਦਕ ਸਨ, ਬਿਨਾਂ ਕਾਰਨ ਤੋਂ ਸਤਿਗੁਰੂ ਦੇ ਨਾਲ ਈਰਖਾ ਕਰਦੇ ਸਨ। ਜਿਵੇਂ ਇੱਕ ਖਡੂਰ ਸਾਹਿਬ ਦੇ ਵਿੱਚ ਤਪਾ ਰਹਿੰਦਾ ਸੀ, ਉਹਨੇ ਈਰਖਾ ਵਸ਼ ਲੋਕਾਂ ਨੂੰ ਭੜਕਾ ਕੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਨਗਰ ਤੋਂ ਬਾਹਰ ਕਢਵਾ ਦਿੱਤਾ ਸੀ। ਇੱਕ ਗੋਇੰਦਵਾਲ ਸਾਹਿਬ ਦੇ ਵਿੱਚ ਵੀ ਤਪਾ ਸੀ। ਜਿਹੜੇ ਖੱਤਰੀ ਮਰਵਾਹੇ ਸਨ, ਉਹਨਾਂ ਦਾ ਉਹ ਗੁਰੂ ਬਣਿਆ ਹੋਇਆ ਸੀ। ਉਹ ਵੀ ਇਹਨਾਂ ਨੂੰ ਬੜਾ ਉਕਸਾਉਂਦਾ ਰਹਿੰਦਾ ਸੀ, ਗੋਂਦੇ ਦੇ ਪਰਿਵਾਰ ਨੂੰ, ਬਈ ਤੁਸੀਂ ਪਿੰਡ ਦੇ ਮਾਲਕ ਹੋ, ਤੁਸੀਂ ਪਿੰਡ ਦੇ ਚੌਧਰੀ ਹੋ, ਬਈ ਤੁਸੀਂ ਗੁਰੂ ਮਹਾਰਾਜ ਦੇ ਕੋਲੋਂ ਹਿੱਸਾ ਪੱਤੀ ਮੰਗਿਆ ਕਰੋ। ਫਿਰ ਸਰਕਾਰੀ ਦਰਬਾਰੇ ਵੀ ਉਹਨਾਂ ਨੂੰ ਭੇਜਿਆ ਤੇ ਆਪਣਾ ਮੂੰਹ ਕਾਲਾ ਕਰਵਾ ਕੇ ਆਏ ਸਨ। ਉਹਨਾਂ ਲੋਕਾਂ ਦੀ ਹਾਲਤ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਬਿਆਨ ਕਰਦੇ ਹਨ। ਸਤਿਗੁਰ ਪੁਰਖ ਨਿਰਵੈਰ ਹੈ। ਭਾਈ ਸਤਿਗੁਰੂ ਪੁਰਖ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹਨ ਤੇ ਅੰਦਰੋਂ ਨਿਰਵੈਰ ਵੀ ਨੇ। ਕਿਉਂ? ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੀ ਨਿਰਭਉ ਤੇ ਨਿਰਵੈਰ ਹੈ ਨਾ, ਤੇ ਸਤਿਗੁਰੂ ਵੀ ਨਿਰਭਉ ਨਿਰਵੈਰ ਹਨ। ਨਿਤ ਹਿਰਦੈ ਹਰ ਲਿਵ ਲਾਏ। ਉਹ ਆਪਣੇ ਹਿਰਦੇ ਵਿੱਚ ਹਮੇਸ਼ਾ ਲਈ ਆਪਣੀ ਚਿੱਤ ਬਿਰਤੀ ਨੂੰ ਵਾਹਿਗੁਰੂ ਦੇ ਨਾਲ ਜੋੜੀ ਰੱਖਦੇ ਹਨ। ਨਿਰਵੈਰੈ ਨਾਲ ਵੈਰ ਰਚਾਏ ਦਾ, ਆਪਣੇ ਘਰ ਲੂਕੀ ਲਾਏ। ਗਰੀਬਨ ਵਾਲ ਸਤਿਗੁਰੂ ਜੀ ਫਰਮਾਉਂਦੇ ਨੇ, ਜਿਹੜੇ ਨਿਰਵੈਰ ਸਤਿਗੁਰੂ ਦੇ ਨਾਲ ਵੈਰ ਰਚਾ ਲੈਂਦੇ ਨੇ, ਨਿਰਵੈਰ ਸਤਿਗੁਰੂ ਦੇ ਨਾਲ ਵੈਰ ਬੰਨ੍ਹ ਲੈਂਦੇ ਨੇ, ਆਪਣੇ ਘਰ ਲੂਕੀ ਲਾਏ। ਉਹ ਤੇ ਆਪਣੇ ਘਰ ਨੂੰ ਚੁਆਤੀ ਲਾਉਂਦੇ ਨੇ। ਨਿਰਵੈਰ ਸਤਿਗੁਰੂ ਦੇ ਨਾਲ ਵੈਰ ਕਰਨਾ, ਇਹ ਤੇ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰਨ ਵਾਲੀ ਗੱਲ ਹੈ। ਇਹ ਤੇ ਆਕਾਸ਼ ਵੱਲ ਥੁੱਕਣ ਵਾਲੀ ਗੱਲ ਹੈ। ਜਿਹੜਾ ਆਕਾਸ਼ ਨੂੰ ਤੀਰ ਸਿੰਨਦਾ ਹੈ, ਜੇ ਕੋ ਸਰ ਸੰਧੇ ਜਾਨੀ ਉੱਪਰ, ਫਿਰ ਉਲਟੋ ਤਿਸੈ ਲਗਾਵੇਗੋ, ਫਿਰ ਉਹਨੂੰ ਆ ਕੇ ਉਲਟਾ ਵੱਜਦਾ ਹੈ। ਇਸੇ ਲਈ ਹਾਜੂਰ ਕਹਿੰਦੇ, ਜਿਹੜਾ ਨਿਰਵੈਰ ਸਤਿਗੁਰੂ ਦੇ ਨਾਲ ਵੈਰ ਰਚਾਉਂਦਾ ਹੈ, ਵੈਰ ਬੰਨ੍ਹਦਾ ਹੈ, ਉਹ ਆਪਣੇ ਘਰ ਨੂੰ ਚੁਆਤੀ ਲਾ ਰਿਹਾ ਹੈ। ਅੰਤਰ ਕ੍ਰੋਧ ਅਹੰਕਾਰ ਹੈ, ਅਨ ਦਿਨ ਜਲੈ ਸਦਾ ਦੁਖ ਪਾਏ। ਉਸ ਗੁਰੂ ਦੇ ਨਿੰਦਕ ਦੇ, ਗੁਰੂ ਦੋਖੀ ਦੇ ਅੰਦਰ ਕ੍ਰੋਧ, ਗੁੱਸਾ ਤੇ ਹੰਕਾਰ ਬਹੁਤ ਪ੍ਰਬਲ ਹੁੰਦਾ। ਅਨ ਦਿਨ ਜਲੈ ਸਦਾ ਦੁਖ ਪਾਏ। ਉਹ ਦਿਨ ਰਾਤ ਗੁੱਸੇ ਤੇ ਹੰਕਾਰ ਦੇ ਨਾਲ ਹੀ ਸੜਦਾ ਰਹਿੰਦਾ ਤੇ ਸਦਾ ਦੁੱਖ ਪਾਏ, ਹਮੇਸ਼ਾ ਲਈ ਦੁੱਖ ਪਾਉਂਦਾ ਹੈ। ਇੱਥੇ ਵੀ ਦੁੱਖ ਭੋਗਦਾ ਤੇ ਗਾਂ ਨਰਕਾਂ ਵਿੱਚ ਜਾ ਕੇ ਦੁੱਖ ਭੋਗਦਾ ਹੈ।
ਫਿਰ ਜਨਮ ਮਰਨ ਦਾ ਦੁੱਖ ਵੀ ਉਹਨੂੰ ਭੋਗਣਾ ਪੈਂਦਾ ਹੈ। ਕੂੜ ਬੋਲ ਬੋਲ ਨਿਤ ਭੌਂਕਦੇ, ਬਿਖ ਖਾਦੇ ਦੂਜੈ ਪਾਏ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਿਹੜੇ ਗੁਰੂ ਦੇ ਨਿੰਦਕ ਨੇ ਝੂਠ ਬੋਲ ਬੋਲ ਕੇ ਹਮੇਸ਼ਾ ਕੁੱਤੇ ਵਾਂਗੂ ਭੌਂਕਦੇ ਨੇ, ਗੁਰੂ ਦੀ ਨਿੰਦਿਆ ਕਰਦੇ ਨੇ। ਬਿਖ ਖਾਦੇ ਦੂਜਾ ਪਾਏ, ਜਿਵੇਂ ਕਿਸੇ ਨੇ ਜ਼ਹਿਰ ਖਾਧੀ ਹੋਵੇ ਨਾ, ਤੇ ਫਿਰ ਉਹ ਪਾਗਲ ਹੋ ਜਾਂਦਾ ਹੈ ਤੇ ਹਲਕ ਜਾਂਦਾ ਹੈ। ਇਸੇ ਤਰ੍ਹਾਂ ਬੇਖਾਦੇ ਦੂਜਾ ਪਾਏ, ਉਹਨਾਂ ਦੇ ਅੰਦਰ ਦੂਜਾ ਪਾਏ ਮਾਇਆ ਦਾ ਮੋਹ ਹੁੰਦਾ। ਉਸ ਮਾਇਆ ਦੇ ਮੋਹ ਦੇ ਕਾਰਨ ਝੂਠ ਬੋਲ ਬੋਲ ਕੇ ਭੌਂਕਦੇ ਨੇ, ਗੁਰੂ ਕੀ ਨਿੰਦਿਆ ਕਰਦੇ ਨੇ। ਤੇ ਜਿਵੇਂ ਕੋਈ ਜ਼ਹਿਰ ਖਾ ਕੇ ਪਾਗਲ ਹੋਇਆ ਆਦਮੀ ਹਲਕਿਆ ਹੋਇਆ ਸਾਰਿਆਂ ਨੂੰ ਵੜਦਾ ਹੈ, ਇਸੇ ਤਰ੍ਹਾਂ ਦਾ ਉਹਨਾਂ ਦਾ ਸੁਭਾਅ ਬਣ ਜਾਂਦਾ ਹੈ। ਬਿਖ ਮਾਇਆ ਕਾਰਨ ਭਰਮ ਦੇ, ਫਿਰ ਘਰ ਘਰ ਪਤ ਗਵਾਏ। ਫਿਰ ਉਹ ਮਾਇਆ ਦੇ ਵਾਸਤੇ ਦਰ ਦਰ ਭਟਕਦੇ ਫਿਰਦੇ ਨੇ ਤੇ ਘਰਾਂ ਘਰਾਂ ਵਿੱਚ ਜਾ ਕੇ ਲੋਕਾਂ ਨੂੰ ਉਕਸਾਉਂਦੇ ਨੇ ਵੀ ਆਓ ਸਾਡੇ ਨਾਲ ਰਲੋ ਤੇ ਆਪਾਂ ਗੁਰੂ ਮਹਾਰਾਜ ਦੇ ਕੋਲੋਂ ਜਾ ਕੇ ਹਿੱਸਾ ਪੱਤੀ ਮੰਗੀਏ। ਤੇ ਫਿਰ ਉਹ ਲੋਕ ਉਹਨਾਂ ਨੂੰ ਮੂੰਹ ਨਹੀਂ ਲਾਉਂਦੇ, ਘਰਾਂ ਘਰਾਂ ਦੇ ਵਿੱਚ ਫਿਰ ਕੇ ਆਪਣੀ ਪਤ ਇੱਜ਼ਤ ਗਵਾ ਲੈਂਦੇ ਹਨ। ਬੇਸਵਾ ਕੇਰੇ ਪੂਤ ਜਿਉ, ਪਿਤਾ ਨਾਮ ਤਿਸ ਜਾਏ। ਲੋ ਗਰੀਬਨ ਵਾਜ ਸਤਿਗੁਰੂ ਜੀ ਕਹਿੰਦੇ ਨੇ, ਉਹਨਾਂ ਦੀ ਹਾਲਤ ਉਸ ਵੇਸਵਾ ਦੇ ਪੁੱਤਰ ਵਰਗੀ ਹੁੰਦੀ ਹੈ, ਉਹਦਾ ਪਿਤਾ ਦਾ ਨਾਮ ਚਲਿਆ ਜਾਂਦਾ ਹੈ। ਸਾਡੇ ਸਮਾਜ ਦੇ ਵਿੱਚ ਜਿਹੜਾ ਵੇਸਵਾ ਦਾ ਪੁੱਤ ਹੁੰਦਾ ਹੈ, ਉਸ ਨੂੰ ਘਿਰਣਾ ਦੇ ਨਾਲ ਵੇਖਦੇ ਨੇ। ਉਹਦਾ ਜਿਹੜਾ ਨਾਮ ਹੈ ਉਹ ਵੀ ਉਹੋ ਜਿਹੇ ਕੁਝ ਸ਼ਬਦਾਂ ਦੇ ਵਿੱਚ ਹੀ ਵਰਤਿਆ ਜਾਂਦਾ ਹੈ। ਉਸ ਨੂੰ ਹਰਾਮਜ਼ਾਦਾ ਕਹਿ ਕੇ ਬੁਲਾਉਂਦੇ ਨੇ। ਇਉਂ ਉਹ ਲੋਕ ਗੁਰੂ ਦੇ ਨਿੰਦਕ ਵੇਸਵਾ ਦੇ ਪੁੱਤ ਵਰਗੇ ਨੇ, ਤੇ ਜਿਹੜੇ ਹਰਾਮਜ਼ਾਦੇ ਹਨ ਉਹਨਾਂ ਦੇ ਪਿਤਾ ਦਾ ਨਾਮ ਚਲਿਆ ਜਾਂਦਾ ਹੈ। ਹਰ ਹਰ ਨਾਮ ਨਾ ਚੇਤਨੀ, ਕਰਤੈ ਆਪ ਖੁਆਏ। ਉਹ ਮਨਮੁਖ ਬੰਦੇ ਗੁਰੂ ਦੇ ਨਿੰਦਕ ਕਦੇ ਵਾਹਿਗੁਰੂ ਦੇ ਨਾਮ ਨੂੰ ਚੇਤੇ ਹੀ ਨਹੀਂ ਕਰਦੇ, ਤੇ ਕਰਤੈ ਆਪ ਖੁਆਏ, ਕਰਤਾ ਪੁਰਖ ਵਾਹਿਗੁਰੂ ਨੇ ਆਪ ਹੀ ਉਹਨਾਂ ਨੂੰ ਖੁਆਏ ਦਾ ਅਰਥ ਹੈ ਕੁਰਾਹੇ ਪਾ ਦਿੱਤਾ, ਸਹੀ ਰਾਹ ਤੋਂ ਖੁੰਝਾ ਦਿੱਤਾ, ਤੇ ਫਿਰ ਉਹ ਗਲਤ ਪਾਸੇ ਤੁਰੇ ਜਾਂਦੇ ਹਨ। ਹਰ ਗੁਰਮੁਖ ਕਿਰਪਾ ਧਾਰੀਅਨ, ਜਨ ਵਿਛੜੇ ਆਪ ਮਿਲਾਏ। ਹਾਂ, ਜਿਹੜੇ ਗੁਰਮੁਖ ਬੰਦੇ ਨੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ, ਫਿਰ ਭਾਈ ਸਤਿਗੁਰੂ ਕਿਰਪਾ ਕਰਕੇ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਉਂਦੇ ਨੇ। ਹਰ ਗੁਰਮੁਖ ਕਿਰਪਾ ਧਾਰੀਆਂ, ਗੁਰਮੁਖਾਂ ਤੇ ਵਾਹਿਗੁਰੂ ਕਿਰਪਾ ਧਾਰਨ ਕਰਦਾ ਹੈ। ਜਨ ਵਿਛੜੇ ਆਪ ਮਿਲਾਏ, ਤੇ ਉਹ ਵਿਛੜੇ ਹੋਏ ਜਨ ਦਾਸਾਂ ਨੂੰ ਉਹ ਵਾਹਿਗੁਰੂ ਗੁਰੂ ਰਾਹੀਂ ਆਪਣੇ ਨਾਲ ਮਿਲਾ ਲੈਂਦਾ ਹੈ। ਜਨ ਨਾਨਕ ਤਿਸ ਬਲਿਹਾਰਣੈ, ਜੋ ਸਤਿਗੁਰ ਲਾਗੈ ਪਾਏ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਦਾਸ ਨਾਨਕ ਅਸੀਂ ਉਸ ਤੋਂ ਬਲਿਹਾਰ ਜਾਂਦੇ ਹਾਂ ਜੋ ਸਤਿਗੁਰ ਲਾਗੇ ਪਾਏ। ਜਿਹੜੇ ਗੁਰਸਿੱਖ ਮਾਈ ਪਾਈ ਸਤਿਗੁਰੂ ਦੇ ਆ ਕੇ ਚਰਨੀ ਲੱਗ ਜਾਂਦੇ ਨੇ। ਇਸ ਸਲੋਕ ਦਾ ਅਸਲੀ ਭਾਵ ਇਹ ਹੈ, ਗੋਂਦੇ ਦੇ ਪੁੱਤਰ ਤੇ ਗੋਂਦੇ ਦਾ ਭਤੀਜਾ, ਇਹਨਾਂ ਨੇ ਗੁਰੂ ਮਹਾਰਾਜ ਦੇ ਖਿਲਾਫ ਲੋਕਾਂ ਨੂੰ ਭੜਕਾਉਣ ਦਾ ਯਤਨ ਕੀਤਾ ਸੀ। ਕਈ ਲੋਕ ਸਿਆਸੀ ਲੋਕ ਇਹਨਾਂ ਦੇ ਮਗਰ ਲੱਗ ਵੀ ਗਏ ਸਨ, ਪਰ ਜਿਹੜੇ ਗੁਰੂ ਦੇ ਪਿਆਰ ਵਾਲੇ ਸਿੱਖ ਸਨ ਉਹਨਾਂ ਨੇ ਇਹਨਾਂ ਨੂੰ ਲਾਹਣਤਾਂ ਪਾਈਆਂ, ਉਹਨਾਂ ਦਾ ਹਸ਼ਰ ਵੀ ਮਾੜਾ ਹੋਇਆ। ਤੇ ਜਿਹੜੇ ਗੁਰਮੁਖ ਬੰਦੇ ਸਨ ਤੇ ਉਹ ਗੁਰੂ ਦੇ ਆ ਕੇ ਚਰਨੀ ਲੱਗੇ, ਤੇ ਜਿਹੜੇ ਗੁਰੂ ਦੇ ਚਰਨੀ ਲੱਗੇ, ਹਜੂਰ ਕਹਿੰਦੇ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ। ਨਾਮ ਲੱਗੇ ਸੇ ਉਬਰੇ, ਬਿਨ ਨਾਵੈ ਜੰਪੁਰ ਜਾਹੇ। ਅੱਗੇ ਗੁਰਮੁਖਾਂ ਦੀ ਅਵਸਥਾ ਬਿਆਨ ਕਰਦੇ ਹਨ। ਜਿਹੜੇ ਗੁਰਮੁਖ ਨਾਮ ਦੇ ਵਿੱਚ ਲੱਗੇ ਹੋਏ ਨੇ, ਉਹ ਮੋਹ ਮਾਇਆ ਤੋਂ ਵਿਕਾਰਾਂ ਤੋਂ ਬਚੇ ਹਨ। ਬਿਨ ਨਾਵੈ ਜੰਪੁਰ ਜਾਹੇ, ਨਾਮ ਤੋਂ ਬਿਨਾਂ ਪਾਈ ਸਾਰਿਆਂ ਨੂੰ ਜਮਾਂ ਦੀ ਪੁਰੀ ਵਿੱਚ, ਧਰਮਰਾਜ ਦੀ ਕਚਹਿਰੀ ਵਿੱਚ
ਅਥਵਾ ਨਰਕਾਂ ਦੇ ਵਿੱਚ ਜਾਣਾ ਪੈਂਦਾ ਹੈ। ਨਾਨਕ ਬਿਨ ਨਾਵੈ ਸੁਖ ਨਹੀਂ, ਆਏ ਗਏ ਪਛਤਾਹੇ। ਗਰੀਬ ਨਿਵਾਸ ਸਤਿਗੁਰੂ ਜੀ ਫਰਮਾਉਂਦੇ ਨੇ, ਬਿਨਾਂ ਨਾਮ ਤੋਂ ਉਹਨਾਂ ਨੂੰ ਕਦੇ ਵੀ ਸੁੱਖ ਨਹੀਂ ਪ੍ਰਾਪਤ ਹੁੰਦਾ। ਆਏ ਤਾਂ ਅਸੀਂ ਸੰਸਾਰ ਦੇ ਵਿੱਚ ਵੀ ਕੁਛ ਲਾਹਾ ਖੱਟਾਂਗੇ, ਗਏ ਪਛਤਾਏ, ਪਰ ਲਾਹਾ ਖੱਟ ਨਾ ਸਕੇ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜਿਉ। ਫਿਰ ਉਹ ਇੱਥੋਂ ਪਛਤਾਉਂਦੇ ਹੋਏ, ਰੋਂਦੇ ਕਰਲਾਉਂਦੇ ਹੋਏ, ਝੂਰਦੇ ਹੋਏ ਇੱਥੋਂ ਦੁਨੀਆ ਤੋਂ ਕੂਚ ਕਰ ਜਾਂਦੇ ਹਨ। ਚਿੰਤਾ ਧਾਵਤ ਰਹਿ ਗਏ, ਤਾਂ ਮਨ ਭਇਆ ਆਨੰਦ। ਅੱਗੇ ਫਿਰ ਗੁਰਮੁਖਾਂ ਦੀ ਅਵਸਥਾ ਹੀ ਉਜਾਗਰ ਕਰਦੇ ਹਨ। ਚਿੰਤਾ ਧਾਵਤ ਰਹਿ ਗਏ, ਜਿੰਨੇ ਦੁਨੀਆ ਦੇ ਲੋਕ ਨੇ ਮਾਇਆ ਦੀ ਚਿੰਤਾ ਦੇ ਵਿੱਚ ਦੌੜੇ ਭੱਜੇ ਫਿਰਦੇ ਨੇ, ਪਰ ਜਿਹੜੇ ਗੁਰਮੁਖ ਨੇ ਰਹਿ ਗਏ, ਉਹਨਾਂ ਨੇ ਚਿੰਤਾ ਦੇ ਵਿੱਚ ਪੈ ਕੇ, ਫਿਕਰਾਂ ਦੇ ਵਿੱਚ ਪੈ ਕੇ ਇੱਧਰ ਉੱਧਰ ਦੌੜਨਾ ਭੱਜਣਾ ਛੱਡ ਦਿੱਤਾ ਹੈ। ਉਹ ਇਸ ਤੋਂ ਥੱਕ ਗਏ ਨੇ। ਜਦੋਂ ਫਿਕਰਾਂ ਦੇ ਵਿੱਚ ਆਦਮੀ ਦੌੜਿਆ ਫਿਰਦਾ ਹੈ, ਉਹਦੇ ਮਨ ਨੂੰ ਕਦੇ ਸਕੂਨ ਨਹੀਂ ਮਿਲਦਾ, ਅਤੇ ਜਦੋਂ ਚਿੰਤਾ ਵਿੱਚ ਦੌੜਨੋਂ ਹਟ ਜਾਂਦਾ ਹੈ ਤਾਂ ਮਨ ਪਿਆ ਆਨੰਦ, ਫਿਰ ਉਹਦੇ ਮਨ ਦੇ ਵਿੱਚ ਆਨੰਦ ਪ੍ਰਗਟ ਹੋ ਜਾਂਦਾ ਹੈ। ਗੁਰ ਪ੍ਰਸਾਦੀ ਬੁੱਝੀਐ, ਸਾ ਤਨ ਸੁਤੀ ਨਿਚਿੰਦ। ਗਰੀਬ ਨਿਵਾਸ ਸਤਿਗੁਰੂ ਜੀ ਫਰਮਾਉਂਦੇ ਨੇ, ਜਿਹੜੀ ਜੀਵ ਇਸਤਰੀ ਗੁਰੂ ਦੀ ਕਿਰਪਾ ਦੀ ਪਾਤਰ ਹੋ ਕੇ ਬੁੱਝੀ ਹੈ, ਜੀਵਨ ਦੇ ਸਹੀ ਰਾਹ ਨੂੰ ਸਮਝ ਲੈਂਦੀ ਹੈ, ਅਥਵਾ ਜੀਵਨ ਦੇ ਸਹੀ ਪ੍ਰਯੋਜਨ ਨੂੰ ਸਮਝ ਲੈਂਦੀ ਹੈ, ਸਾ ਤਨ ਸੁਤੀ ਨਿਚਿੰਦ, ਫਿਰ ਉਹ ਨਿਸ਼ਚਿੰਤ ਹੋ ਕੇ, ਬੇਫਿਕਰ ਹੋ ਕੇ ਬੜੀ ਸੁੱਖ ਦੀ ਨੀਂਦ ਸੌਂਦੀ ਹੈ। ਉਹਨੂੰ ਕੋਈ ਫਿਕਰ ਨਹੀਂ, ਕੋਈ ਸੰਸਾ ਨਹੀਂ, ਕੋਈ ਪਛਤਾਵਾ ਨਹੀਂ, ਕੋਈ ਝੋਰਾ ਨਹੀਂ, ਬਸ ਆਪਣੇ ਆਨੰਦ ਵਿੱਚ ਸੁੱਖ ਦੇ ਨਾਲ ਬਰਾਜਦੀ ਹੈ। ਇਹਦਾ ਮਤਲਬ ਇਹ ਜਿਹੜੇ ਗੁਰਮੁਖ ਨੇ, ਜੋ ਗੁਰੂ ਦੀ ਕਿਰਪਾ ਦੁਆਰਾ ਜੀਵਨ ਦੇ ਮਨੋਰਥ ਨੂੰ ਸਮਝ ਲੈਂਦੇ ਨੇ, ਅਤੇ ਫਿਰ ਉਹ ਗੁਰਮੁਖ ਰੂਹਾਂ ਵਾਹਿਗੁਰੂ ਦੀ ਸਮਾਧੀ ਵਿੱਚ ਆਪਣੀ ਸੁਰਤ ਨੂੰ ਲੀਨ ਕਰਕੇ ਤੇ ਉੱਥੇ ਬੜੇ ਆਰਾਮ ਦੇ ਨਾਲ ਬਰਾਜਦੇ ਹਨ। ਜਿਨ ਕੋ ਪੂਰਬ ਲਿਖਿਆ, ਤਿਨਾ ਭੇਟਿਆ ਗੁਰ ਗੋਵਿੰਦ। ਇਹ ਸਭ ਦਾਤਾਂ ਸਤਿਗੁਰੂ ਦੇ ਪਾਸੋਂ ਪ੍ਰਾਪਤ ਹੁੰਦੀਆਂ ਨੇ। ਜਿਨ੍ਹਾਂ ਨੂੰ ਸਤਿਗੁਰੂ ਮਿਲ ਜਾਂਦਾ ਹੈ ਤੇ ਫਿਰ ਉਹਨਾਂ ਨੂੰ ਇਹ ਸਭ ਦਾਤਾਂ ਪ੍ਰਾਪਤ ਹੁੰਦੀਆਂ ਨੇ। ਸਤਿਗੁਰੂ ਕਿਹਨਾਂ ਨੂੰ ਮਿਲਦਾ? ਜਿਨ ਕੋ ਪੂਰਬ ਲਿਖਿਆ, ਜਿਨ੍ਹਾਂ ਦੇ ਮੱਥੇ 'ਤੇ ਪੂਰਬਲਾ ਪੁੰਨ ਕਰਮ ਲਿਖਿਆ ਹੁੰਦਾ ਹੈ। ਤਿਨ ਭੇਟਿਆ ਗੁਰੂ ਗੋਬਿੰਦ, ਉਹਨਾਂ ਨੂੰ ਗੁਰੂ ਪਰਮੇਸ਼ਰ ਮਿਲਦਾ ਹੈ। ਇੱਕ ਤਾਂ ਪਖੰਡੀ ਵੀ ਗੁਰੂ ਨੇ, ਪਰ ਗੁਰੂ ਪਰਮੇਸ਼ਰ ਜਿਹਨੂੰ ਧੁਰ ਦਰਗਾਹ ਤੋਂ ਗੁਰੂ ਪਰਮੇਸ਼ਰ ਦਾ ਰੁਤਬਾ ਪ੍ਰਾਪਤ ਹੋਇਆ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਦਸੋ ਪਾਤਸ਼ਾਹੀਆਂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਰਗੇ ਉਹਨਾਂ ਨੂੰ ਗੁਰੂ ਪਰਮੇਸ਼ਰ ਪ੍ਰਾਪਤ ਹੁੰਦੇ ਹਨ। ਨਾਨਕ ਸਹਿਜੇ ਮਿਲ ਰਹੇ, ਹਰ ਪਾਇਆ ਪਰਮਾਨੰਦ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਗੁਰਮੁਖ ਪਿਆਰੇ, ਸਹਿਜੇ ਦਾ ਅਰਥ ਹੈ ਸੁਤੇ ਸਿੱਧ ਹੀ ਮਿਲ ਰਹੇ, ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲੇ ਰਹਿੰਦੇ ਨੇ। ਅਤੇ ਹਰ ਪਾਇਆ ਪਰਮਾਨੰਦ, ਉਹਨਾਂ ਨੇ ਪਰਮ ਆਨੰਦ ਦੀ ਅਵਸਥਾ ਨੂੰ ਵੀ ਪ੍ਰਾਪਤ ਕਰ ਲਿਆ। ਪਰਮ ਆਨੰਦ ਕੌਣ ਹੈ? ਅਕਾਲ ਪੁਰਖ ਵਾਹਿਗੁਰੂ। ਉਹ ਪਰਮ ਆਨੰਦ ਸਰੂਪ ਜੋ ਵਾਹਿਗੁਰੂ ਹੈ, ਉਹ ਉਹਨਾਂ ਨੇ ਪ੍ਰਾਪਤ ਕਰ ਲਿਆ ਹੈ। ਸਤਿਗੁਰ ਸੇਵਨ ਆਪਣਾ, ਗੁਰ ਸ਼ਬਦੀ ਵਿਚਾਰ। ਅੱਗੇ ਫਿਰ ਗੁਰਮੁਖਾਂ ਦੇ ਬਾਰੇ ਹੀ ਬਿਆਨ ਕਰਦੇ ਹਨ। ਜਿਹੜੇ ਗੁਰਮੁਖ ਬੰਦੇ ਨੇ, ਸਤਿਗੁਰ ਸੇਵਨ ਆਪਣਾ, ਉਹ ਭਾਈ ਆਪਣੇ ਸਤਿਗੁਰੂ ਦੀ ਸੇਵਾ ਟਹਿਲ ਕਰਦੇ ਨੇ, ਗੁਰੂ ਦੀ ਆਗਿਆ ਮੰਨਦੇ ਨੇ, ਗੁਰੂ ਦਾ ਭਾਣਾ ਮੰਨਦੇ ਨੇ, ਆਪਣੇ ਸਤਿਗੁਰੂ ਦੀ ਸੇਵਾ ਕਰਦੇ ਹਨ। ਗੁਰ ਸ਼ਬਦੀ ਵਿਚਾਰ, ਅਤੇ ਗੁਰੂ ਸ਼ਬਦ ਰਾਹੀਂ ਉਹ ਗੁਰਮਤਿ ਦੀ ਵਿਚਾਰ ਕਰਦੇ ਨੇ, ਅਥਵਾ ਗੁਰੂ ਸ਼ਬਦ ਰਾਹੀਂ ਉਹ ਆਤਮਾ ਅਤੇ ਪਰਮਾਤਮਾ ਦੀ, ਜੀਵ ਅਤੇ ਈਸ਼ਵਰ ਦੀ ਵਿਚਾਰ ਕਰਦੇ ਹਨ। ਸਤਿਗੁਰ ਕਾ ਭਾਣਾ ਮੰਨ ਲੈਣ, ਹਰ ਨਾਮ ਰਖੈ ਉਰ ਧਾਰ। ਫਿਰ ਉਹ ਗੁਰਮੁਖ ਬੰਦੇ ਸਤਿਗੁਰੂ ਦਾ ਭਾਣਾ ਵੀ ਮੰਨ ਲੈਂਦੇ ਨੇ। ਭਾਣਾ ਮੰਨਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ।
ਜਦੋਂ ਸੁੱਖ ਮਿਲਦਾ ਫਿਰ ਤੇ ਅਸੀਂ ਸਾਰੇ ਹੀ ਭਾਣਾ ਮੰਨਣ ਨੂੰ ਤਿਆਰ ਹੁੰਦੇ ਹਾਂ। ਜਦੋਂ ਕੋਈ ਕਸ਼ਟ ਆ ਕੇ ਪੈ ਜਾਂਦਾ ਹੈ ਫਿਰ ਅਸੀਂ ਭਾਣੇ ਤੋਂ ਬਾਗੀ ਹੋ ਜਾਂਦੇ ਹਾਂ, ਫਿਰ ਰੱਬ ਨੂੰ ਕੋਸਣ ਲੱਗ ਜਾਂਦੇ ਹਾਂ। ਹਜ਼ੂਰ ਕਹਿੰਦੇ ਜਿਨ੍ਹਾਂ 'ਤੇ ਸਤਿਗੁਰੂ ਦੀ ਮਿਹਰ ਹੁੰਦੀ ਹੈ ਫਿਰ ਉਹ ਵਾਹਿਗੁਰੂ ਦਾ ਭਾਣਾ ਮੰਨ ਲੈਂਦੇ ਨੇ। ਹਰ ਨਾਮ ਰੱਖਿਆ ਹੈ ਔਰ ਧਾਰ, ਅਤੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦੇ ਹਨ। ਐਥੈ ਓਥੈ ਮੰਨੀਅਨ ਹਰ ਨਾਮ ਲੱਗੇ ਵਾਪਾਰ। ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ ਜਿਹੜੇ ਗੁਰਮੁਖ ਵਾਹਿਗੁਰੂ ਦੇ ਨਾਮ ਦੇ ਵਪਾਰ ਵਿੱਚ ਲੱਗੇ ਹੋਏ ਨੇ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਹ ਨਾਮ ਜਪਾਵੇ। ਇਹ ਨਾਮ ਦਾ ਵਪਾਰ ਹੈ। ਆਪ ਨਾਮ ਜਪਣਾ, ਦੂਸਰਿਆਂ ਨੂੰ ਜਪਾਉਣਾ। ਕਿਨਹੀ ਬਣ ਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤਹੋ ਬਣ ਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਜਿਹੜੇ ਗੁਰਮੁਖ ਨਾਮ ਦੇ ਵਪਾਰ ਵਿੱਚ ਲੱਗੇ ਹੋਏ ਨੇ, ਐਥੈ ਉਥੈ ਮੰਨੀਆਂ। ਐਥੈ ਉਥੈ ਪੜਨਾਮੀ ਸ਼ਬਦ ਨੇ, ਭਾਵ ਇਸ ਲੋਕ ਤੇ ਪ੍ਰਲੋਕ ਦੇ ਵਿੱਚ ਉਹ ਮੰਨੇ ਜਾਂਦੇ ਨੇ, ਸਤਿਕਾਰੇ ਜਾਂਦੇ ਨੇ। ਉਹਨਾਂ ਦਾ ਲੋਕ ਤੇ ਪ੍ਰਲੋਕ ਦੇ ਵਿੱਚ ਸਨਮਾਨ ਹੁੰਦਾ ਹੈ। ਗੁਰਮੁਖ ਸ਼ਬਦ ਫਿਆਪ ਦੇ ਤਿਤ ਸਾਚੈ ਦਰਬਾਰ। ਗਰੀਬ ਨਵਾਜ ਸਤਿਗੁਰੂ ਜੀ ਫਰਮਾਉਂਦੇ ਨੇ ਜਿਹੜੇ ਗੁਰਮੁਖ ਬੰਦੇ ਨੇ ਉਹ ਗੁਰੂ ਸ਼ਬਦ ਦੁਆਰਾ ਸਿੰਜਾਪ ਦੇ ਉਸ ਵਾਹਿਗੁਰੂ ਪਰਮੇਸ਼ਰ ਦੀ ਸ਼ਨਾਖਤ ਕਰ ਲੈਂਦੇ ਨੇ, ਉਸ ਦੀ ਪਛਾਣ ਹਾਸਲ ਕਰ ਲੈਂਦੇ ਨੇ। ਤਿਤ ਸਾਚਾ ਦਰਬਾਰ, ਫਿਰ ਉਸ ਵਾਹਿਗੁਰੂ ਦੇ ਸੱਚੇ ਦਰਬਾਰ ਦੇ ਵਿੱਚ ਵੀ ਉਹ ਪ੍ਰਵਾਨ ਹੋ ਜਾਂਦੇ ਨੇ। ਜਿਹੜੇ ਗੁਰਮੁਖ ਗੁਰੂ ਸ਼ਬਦ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਜਾਣ ਪਛਾਣ ਹਾਸਲ ਕਰ ਲੈਂਦੇ ਨੇ, ਫਿਰ ਉਸ ਦੇ ਸੱਚੇ ਦਰਬਾਰ ਦੇ ਵਿੱਚ ਉਹਨਾਂ ਦੇ ਮੁਖ ਉਜਲੇ ਹੁੰਦੇ ਹਨ। ਸੱਚਾ ਸੌਦਾ ਖਰਚ ਸੱਚ, ਅੰਤਰ ਪਿਰਮ ਪਿਆਰ। ਫਿਰ ਉਹ ਗੁਰਮੁਖ ਸੱਚਾ ਸੌਦਾ ਨਾਮ ਦਾ ਕਰਦੇ ਨੇ, ਤੇ ਸੱਚਾ ਖਰਚ ਉਹ ਵੀ ਵਾਹਿਗੁਰੂ ਦੇ ਨਾਮ ਦਾ ਹੀ ਇਕੱਤਰ ਕਰਦੇ ਨੇ। ਨਾਮ ਦਾ ਸੌਦਾ ਕਰਦੇ ਨੇ ਤੇ ਨਾਮ ਦਾ ਹੀ ਖਰਚ ਪੱਲੇ ਬੰਨ੍ਹਦੇ ਨੇ। ਜੇ ਮਾਰਕ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਜਹ ਪੈਂਡੈ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜੀਆਰਾ। ਜਿੱਥੇ ਹੋਰ ਕੋਈ ਸਾਡੇ ਸੰਗੀ ਸਾਥੀ ਨਾਲ ਨਹੀਂ ਨਿਭਦਾ, ਵੈਦੋ ਨਾ ਵਾਈ ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ। ਤੇ ਵਾਹਿਗੁਰੂ ਦਾ ਨਾਮ ਉੱਥੇ ਸਾਡੇ ਨਾਲ ਹੁੰਦਾ। ਅੰਤਰ ਪਿਰਮ ਪਿਆਰ, ਕਿਉਂ ਉਹਨਾਂ ਦੇ ਅੰਦਰ ਉਸ ਪਿਆਰੇ ਪ੍ਰਭੂ ਦਾ ਪਿਆਰ ਵਸਿਆ ਹੁੰਦਾ ਹੈ। ਜਮ ਕਾਲ ਨੇੜ ਨਾ ਆਵਈ, ਆਪ ਬਖਸ਼ੇ ਕਰਤਾਰ। ਗਰੀਬ ਨਵਾਜ ਸਤਿਗੁਰੂ ਜੀ ਫਰਮਾਉਂਦੇ ਨੇ ਆਪ ਬਖਸ਼ੇ ਕਰਤਾਰ, ਵੀ ਸਿਰਜਣਹਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਉਹਨਾਂ ਨੂੰ ਆਪ ਹੀ ਬਖਸ਼ ਲਿਆ ਹੈ। ਇਸੇ ਲਈ ਜਮ ਕੰਕਰ ਨੇੜ ਨਾ ਆਵੇ, ਉਹਨਾਂ ਦੇ ਨੇੜੇ ਜਮ ਕਾਲ ਜਮਦੂਤ ਉਹਨਾਂ ਦੇ ਨੇੜੇ ਨਹੀਂ ਆ ਸਕਦੇ। ਜਮ ਕਾਲ ਦਾ ਅਰਥ ਕੁਛ ਵਿਦਵਾਨਾਂ ਨੇ ਜਮ ਜਨਮ ਤੇ ਕਾਲ ਦਾ ਅਰਥ ਹੈ ਮੌਤ। ਜਨਮ ਤੇ ਮੌਤ ਵੀ ਉਹਨਾਂ ਦੇ ਨੇੜੇ ਨਹੀਂ ਆ ਸਕਦੇ ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪ ਬਖਸ਼ ਲਿਆ ਹੈ। ਨਾਨਕ ਨਾਮ ਰਤੇ ਸੇ ਧਨਵੰਤ ਹੈਨ, ਨਿਰਤਨ ਹੋਰ ਸੰਸਾਰ। ਗਰੀਬ ਨਵਾਜ ਸਤਿਗੁਰੂ ਜੀ ਫਰਮਾਉਂਦੇ ਨੇ ਜਿਹੜੇ ਗੁਰਮੁਖ ਪਿਆਰੇ ਨਾਮ ਦੇ ਰੰਗ ਵਿੱਚ ਰੰਗੇ ਹੋਏ ਨੇ, ਅਸਲੀ ਧਨਵਾਨ, ਅਸਲੀ ਸ਼ਾਹ, ਅਸਲੀ ਧਨਾੜ ਪੁਰਸ਼ ਉਹ ਨੇ। ਨਿਰਤਨ ਹੋਰ ਸੰਸਾਰ, ਬਾਕੀ ਹੋਰ ਸਾਰਾ ਸੰਸਾਰ ਹੀ ਕੰਗਾਲ ਹੋਇਆ ਫਿਰਦਾ ਹੈ, ਗਰੀਬ ਹੋਇਆ ਭਟਕਦਾ ਫਿਰਦਾ ਹੈ। ਭਾਗਠੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ। ਪ੍ਰਵਾਨ ਗਣੀ ਸੇਈ ਇਹ ਆਏ, ਸਫਲ ਤਿਨਾ ਕੇ ਕੰਮ। ਜਿਨ੍ਹਾਂ ਦੇ ਕੋਲੇ ਨਾਮ ਦਾ ਧਨ ਹੈ ਉਹੀ ਭਾਈ ਧਨਵਾਨ ਨੇ, ਉਹੀ ਸ਼ਾਹੂਕਾਰ ਨੇ, ਉਹੀ ਰਾਜੇ ਨੇ। ਤੇ ਜਿਹੜੇ ਭਾਈ ਹੋਰ ਤ੍ਰਿਸ਼ਨਾਲੂ ਬੰਦੇ ਨੇ ਉਹ ਤੇ ਕੰਗਾਲ ਨੇ। ਜਾ ਕੇ ਤ੍ਰਿਸ਼ਨਾ ਅਧ ਕਹਿ ਵਹੀ ਪਰਮ ਕੰਗਾਲ। ਵਿਰਾਗ ਸ਼ਤਕ ਭਰਤਰੀ ਜੀ ਦਾ ਕਥਨ ਹੈ, ਅਥਵਾ ਭਗਤ ਕਬੀਰ ਜੀ ਦਾ ਵੀ ਇੱਕ ਫੈਸਲਾ ਹੈ, ਕਹੋ ਕਬੀਰ ਨਿਰਤਨ ਹੈ ਸੋਈ ਜਾਂ ਕੇ ਹਿਰਦੈ ਨਾਮ ਨਾ ਹੋਈ। ਜਿਹਦੇ ਹਿਰਦੇ ਵਿੱਚ ਨਾਮ ਨਹੀਂ
ਉਹ ਆਦਮੀ ਕੰਗਾਲ ਹੋ ਕੇ ਤੁਰਿਆ ਫਿਰਦਾ ਹੈ। ਜਨ ਕੀ ਟੇਕ ਹਰ ਨਾਮ ਹਰ, ਬਿਨ ਨਾਵੈ ਠਵਰ ਨਾ ਠਾਓ। ਲੋ ਜਿਹੜਾ ਵਾਹਿਗੁਰੂ ਦਾ ਦਾਸ ਬਣ ਜਾਂਦਾ ਹੈ, ਫਿਰ ਉਹਦੀ ਟੇਕ, ਉਹਦਾ ਆਸਰਾ, ਉਹਦਾ ਸਹਾਰਾ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੁੰਦਾ। ਹਰ ਜੋ ਸਾਰੇ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ, ਹਰ ਜੋ ਸਭ ਨੂੰ ਹਰੇ ਭਰੇ ਕਰਨ ਵਾਲਾ ਹੈ, ਐਸਾ ਜੋ ਅਕਾਲ ਪੁਰਖ ਹੈ, ਵਾਹਿਗੁਰੂ ਦੇ ਜਨਾਂ ਦੀ ਟੇਕ, ਉਹਨਾਂ ਦਾ ਸਹਾਰਾ, ਉਹਨਾਂ ਦਾ ਆਸਰਾ ਵਾਹਿਗੁਰੂ ਦਾ ਨਾਮ ਹੁੰਦਾ ਹੈ। ਬਿਨ ਨਾਵੈ ਠਵਰ ਨਾ ਠਾਓ, ਨਾਮ ਤੋਂ ਬਿਨਾਂ ਨਾ ਇੱਥੇ ਥਾਂ ਮਿਲਦੀ ਹੈ, ਨਾ ਹੀ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਕੋਈ ਟਿਕਾਣਾ ਲੱਭਦਾ ਹੈ। ਨਾਮ ਦੇ ਨਾਲ ਹੀ ਇੱਥੇ ਸੰਗਤ ਵਿੱਚ ਤੇ ਅੱਗੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਥਾਂ ਪ੍ਰਾਪਤ ਹੁੰਦੀ ਹੈ। ਗੁਰਮਤੀ ਨਾਉ ਮਨ ਵਸੈ, ਸਹਿਜੇ ਸਹਿਜ ਸਮਾਓ। ਲੋਕ ਗੁਰੂ ਦੀ ਮੱਤ ਨੂੰ ਧਾਰਨ ਕੀਤਿਆਂ ਪਰਮੇਸ਼ਰ ਦਾ ਨਾਮ ਸਾਡੇ ਮਨ ਵਿੱਚ ਵਸਦਾ ਹੈ, ਤੇ ਜਦੋਂ ਮਨ ਵਿੱਚ ਵਸ ਜਾਵੇ ਸਹਿਜੇ ਸਹਿਜ ਸਮਾਓ, ਫਿਰ ਸਹਿਜੇ ਸਹਿਜੇ ਸਿਮਰਨ ਕਰਦਿਆਂ ਹੋਇਆਂ ਤੇ ਫਿਰ ਵਾਹਿਗੁਰੂ ਦੇ ਵਿੱਚ ਸੁਰਤ ਸਮਾਧੀ ਲੀਨ ਹੋ ਜਾਂਦੀ ਹੈ। ਵਡਭਾਗੀ ਨਾਮ ਧਿਆਇਆ, ਅਹਨਿਸ ਲਾਗਾ ਭਾਓ। ਉਹ ਵੱਡਿਆਂ ਭਾਗਾਂ ਵਾਲੇ ਗੁਰਸਿੱਖ ਨੇ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜ੍ਹਦੇ ਆ, ਉਹ ਗੁਰਸਿੱਖਾਂ ਨੇ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ। ਅਹਨਿਸ ਲਾਗਾ ਪਾਓ, ਦਿਨ ਰਾਤ ਫਿਰ ਉਹਨਾਂ ਦਾ ਵਾਹਿਗੁਰੂ ਦੇ ਨਾਲ ਪ੍ਰੇਮ ਜੁੜ ਗਿਆ। ਵੀ ਜਿਨ੍ਹਾਂ ਦਾ ਵਾਹਿਗੁਰੂ ਨਾਲ ਪ੍ਰੇਮ ਜੁੜ ਜਾਂਦਾ ਹੈ ਨਾ, ਫਿਰ ਉਹ ਦਿਨ ਰਾਤ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਦੁਨਿਆਵੀ ਤੌਰ 'ਤੇ ਵੀ ਜਦੋਂ ਸਾਡਾ ਕਿਸੇ ਨਾਲ ਬਹੁਤਾ ਪ੍ਰੇਮ ਹੋ ਜਾਂਦਾ ਹੈ ਨਾ, ਫਿਰ ਸਾਡੀ ਜ਼ੁਬਾਨ 'ਤੇ ਉਹਦਾ ਨਾਮ ਹੀ ਆਉਂਦਾ ਹੈ, ਉਹਦਾ ਨਾਮ ਹੀ ਆਪਾਂ ਜਪਦੇ ਰਹਿੰਦੇ ਹਾਂ। ਅਤੇ ਜਦੋਂ ਵਾਹਿਗੁਰੂ ਨਾਲ ਪਿਆਰ ਹੋ ਜਾਂਦਾ ਹੈ, ਫਿਰ ਉਹਦਾ ਨਾਮ ਹੀ ਰਸਨਾ ਤੋਂ ਨਿਕਲਦਾ ਹੈ। ਜਨ ਨਾਨਕ ਮੰਗੈ ਧੂੜ ਤਿਨ, ਹਉ ਸਦ ਕੁਰਬਾਨੈ ਜਾਓ। ਦਾਸਾ ਭਾਵ ਧਾਰਨ ਕਰਕੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ, ਅਤੇ ਨਾਲ ਹੀ ਅਸੀਂ ਉਹਨਾਂ ਤੋਂ ਹਮੇਸ਼ਾ ਲਈ ਕੁਰਬਾਨ ਜਾਂਦੇ ਹਾਂ, ਜਿਹੜੇ ਹਮੇਸ਼ਾ ਲਈ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਨੇ, ਦਿਨ ਰਾਤ ਜਿਨ੍ਹਾਂ ਦਾ ਵਾਹਿਗੁਰੂ ਦੇ ਨਾਲ ਪ੍ਰੇਮ ਲੱਗਿਆ ਹੋਇਆ ਹੈ। ਲੱਖ 84 ਮੇਦਨੀ, ਤਿਸਨਾ ਜਲਤੀ ਕਰੇ ਪੁਕਾਰ। ਲੋ ਗਰੀਬਨ ਵਾਜ ਸਤਿਗੁਰੂ ਜੀ ਦੁਨੀਆ ਦੀ ਹਾਲਤ ਬਿਆਨ ਕਰਦੇ ਨੇ। ਆ 84 ਲੱਖ ਮੇਦਨੀ ਸ੍ਰਿਸ਼ਟੀ, 84 ਲੱਖ ਜੂਨਾਂ ਨੇ ਨਾ, 84 ਲੱਖ ਜਿੰਨੀ ਵੀ ਮੇਦਨੀ ਸ੍ਰਿਸ਼ਟੀ ਹੈ, ਮੇਦਨੀ ਦਾ ਅਰਥ ਵੈਸੇ ਧਰਤੀ ਹੈ, ਅਤੇ ਧਰਤੀ ਉੱਤੇ ਸਾਰੇ ਜੀਵ ਜੰਤ ਰਹਿੰਦੇ ਨੇ, ਇਸ ਲਈ ਮੇਦਨੀ ਦਾ ਭਾਵ ਅਰਥ ਸ੍ਰਿਸ਼ਟੀ ਲੈਣਾ ਹੈ, ਕੁੱਲ ਕਾਇਨਾਤ, ਪੂਰੀ ਦੁਨੀਆ। ਲੱਖ 84 ਮੇਦਨੀ, 84 ਲੱਖ ਜਿੰਨੀ ਵੀ ਸ੍ਰਿਸ਼ਟੀ ਹੈ, ਤ੍ਰਿਸ਼ਨਾ ਜਲਤੀ ਕਰੇ ਪੁਕਾਰ, ਸਭ ਦੇ ਅੰਦਰ ਤ੍ਰਿਸ਼ਨਾ ਹੈ, ਆਸਾ ਦੀ ਤ੍ਰਿਸ਼ਨਾ ਦੀ ਭੁੱਖ ਲੱਗੀ ਹੋਈ ਹੈ ਅਤੇ ਸੜਦੀ ਹੈ, ਤੇ ਸੜਦੀ ਹੋਈ ਪੁਕਾਰਾਂ ਕਰ ਰਹੀ ਹੈ। ਇਹੋ ਮੋਹ ਮਾਇਆ ਸਭ ਪਸਰਿਆ, ਨਾਲ ਚੱਲੈ ਨਾ ਅੰਤੀ ਵਾਰ। ਕਿਉਂ 84 ਲੱਖ ਜੂਨਾਂ ਦੇ ਅੰਦਰ ਇਹ ਮਾਇਆ ਦਾ ਮੋਹ ਸਾਰਿਆਂ ਤੇ ਹੀ ਪਸਰਿਆ ਦਾ ਅਰਥ ਵੀ ਫੈਲਿਆ ਹੋਇਆ, ਸਾਰਿਆਂ ਦੇ ਆਲੇ ਦੁਆਲੇ ਮਾਇਆ ਦਾ ਮੋਹ ਪਸਰਿਆ ਹੋਇਆ ਹੈ। ਤੇ ਇਸੇ ਲਈ ਸਤਿਗੁਰੂ ਫਰਮਾਉਂਦੇ ਨੇ, ਨਾਲ ਚੱਲੈ ਨਾ ਅੰਤੀ ਵਾਰ। ਇਹ ਜਿਹੜੀ ਮਾਇਆ ਹੈ ਆਉਂਦੇ ਸਮੇਂ ਕਿਸੇ ਦੇ ਨਾਲ ਵੀ ਨਹੀਂ ਜਾਂਦੀ, ਪਰ 84 ਲੱਖ ਜੂਨਾਂ ਦੇ ਜੀਵ ਸਾਰੇ ਮਾਇਆ ਦੇ ਮੋਹ ਦੇ ਵਿੱਚ ਹੀ ਫਸੇ ਹੋਏ ਨੇ। ਸਰਪਣੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲੀਆ। ਵੱਡੇ ਵੱਡੇ ਦੇਵਤੇ ਵੀ ਇਸ ਮਾਇਆ ਨੇ ਛੜ ਲਏ ਹਨ। ਬਿਨ ਹਰ ਸ਼ਾਂਤ ਨਾ ਆਵਈ, ਕਿਸ ਆਗੇ ਕਰੀ ਪੁਕਾਰ। ਜਿਵੇਂ ਅੱਗ ਪਾਣੀ ਨਾਲ ਬੁਝਦੀ ਹੈ, ਬਿਨਾਂ ਵਾਹਿਗੁਰੂ ਦੇ ਨਾਮ ਤੋਂ ਕਿਸੇ ਦੇ ਮਨ ਨੂੰ ਸ਼ਾਂਤੀ ਨਹੀਂ ਆ ਸਕਦੀ। ਕਿਸ ਆਗਾ ਕਰੀ ਪੁਕਾਰ, ਕਿਹਦੇ ਅੱਗੇ ਜਾ ਕੇ ਪੁਕਾਰ ਕਰਾਂਗੇ। ਇਸੇ ਲਈ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ, ਗੁਰੂ ਦੇ ਪਾਸੋਂ ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਜਲ ਪ੍ਰਾਪਤ ਹੋਵੇਗਾ, ਉਹਦੇ ਨਾਲ ਹੀ ਤ੍ਰਿਸ਼ਨਾ ਦੀ ਅੱਗ ਬੁਝਣੀ ਹੈ, ਤੇ ਗੁਰੂ ਦੇ ਚਰਨਾਂ ਵਿੱਚ ਹੀ ਅਰਦਾਸ ਕਰਨੀ ਚਾਹੀਦੀ ਹੈ। ਵਡ
ਵਡਭਾਗੀ ਸਤਿਗੁਰ ਪਾਇਆ, ਬੂਝਿਆ ਬ੍ਰਹਮ ਵਿਚਾਰ। ਵੱਡਿਆਂ ਭਾਗਾਂ ਵਾਲਿਆਂ ਨੇ ਸੱਚੇ ਸਤਿਗੁਰੂ ਨੂੰ ਪ੍ਰਾਪਤ ਕੀਤਾ ਹੈ, ਤੇ ਜਿਨ੍ਹਾਂ ਨੇ ਸੱਚੇ ਸਤਿਗੁਰੂ ਨੂੰ ਪ੍ਰਾਪਤ ਕਰ ਲਿਆ, ਬੂਝਿਆ ਬ੍ਰਹਮ ਵਿਚਾਰ, ਫਿਰ ਉਹਨਾਂ ਨੇ ਬ੍ਰਹਮ ਦੀ ਵਿਚਾਰ ਨੂੰ ਸਮਝ ਲਿਆ। ਬ੍ਰਹਮ ਵਿਚਾਰ ਕਿਸ ਨੂੰ ਕਹਿੰਦੇ ਨੇ? ਪਰਮੇਸ਼ਰ ਦਾ ਨਿਰਣਾ ਕਰਨਾ। ਵਾਹਿਗੁਰੂ ਕਿਹੋ ਜਿਹਾ ਹੈ? ਉਹ ਸਤ ਚਿਤ ਆਨੰਦ ਸਰੂਪ ਹੈ। ਉਸ ਦਾ ਨਿਰਣਾ ਮੂਲ ਮੰਤਰ ਵਿੱਚ ਵੀ ਕੀਤਾ ਹੋਇਆ। ਉਹ ਵਾਹਿਗੁਰੂ ਕਿਹੋ ਜਿਹਾ ਹੈ? ਉਹ ਨਿਰਭਉ ਤੇ ਨਿਰਵੈਰ ਹੈ, ਅਕਾਲ ਮੂਰਤ ਹੈ, ਅਜੂਨੀ ਤੇ ਸਹਿਭੰਗ ਸਰੂਪ ਹੈ। ਉਹ ਬ੍ਰਹਮ ਦੀ ਵਿਚਾਰ ਨੂੰ ਸਮਝ ਲੈਂਦਾ ਹੈ। ਤਿਸਨਾ ਅਗਨ ਸਭ ਬੁਝ ਗਈ, ਜਨ ਨਾਨਕ ਹਰ ਉਰ ਧਾਰ। ਗਰੀਬ ਨਵਾਜ਼ ਸਤਿਗੁਰੂ ਜੀ ਫਰਮਾਉਂਦੇ ਨੇ, ਉਸ ਗੁਰਮੁਖ ਬੰਦੇ ਨੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ, ਆਪਣੇ ਹਿਰਦੇ ਵਿੱਚ ਨਾਮ ਨੂੰ ਵਸਾ ਲਿਆ। ਤ੍ਰਿਸ਼ਨਾ ਅਗਨ ਸਭ ਬੁਝ ਗਈ, ਫਿਰ ਉਹਦੇ ਹਿਰਦੇ ਵਿੱਚੋਂ ਸਾਰੀ ਤ੍ਰਿਸ਼ਨਾ ਦੀ ਅੱਗ ਬੁਝ ਗਈ ਹੈ। ਨਹੀਂ ਤੇ 84 ਲੱਖ ਜੂਨਾਂ ਦੇ ਵਿੱਚ ਹੀ ਉਹ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ, ਸਭ ਨੂੰ ਸਾੜ ਰਹੀ ਹੈ। ਬਾਬਾ ਫਰੀਦ ਜੀ ਨੇ ਬੜਾ ਖੂਬ ਲਿਖਿਆ ਹੈ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਇਹ ਘਰਾਂ ਘਰਾਂ ਵਿੱਚ ਅੱਗ ਬਲ ਰਹੀ ਹੈ। ਮਾਇਆ ਦਾ ਪ੍ਰਭਾਵ ਕਿਸੇ ਨਾ ਕਿਸੇ ਰੂਪ ਦੇ ਵਿੱਚ 84 ਲੱਖ ਜੂਨਾਂ 'ਤੇ ਵੀ ਪਿਆ ਹੋਇਆ ਹੈ। ਇਸੇ ਲਈ ਹਜ਼ੂਰ ਕਹਿੰਦੇ, ਜਿਹੜਾ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਵਸਾ ਲਵੇ, ਉਹਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ। ਅਸੀਂ ਖਤੇ ਬਹੁਤ ਕਮਾਵਦੇ, ਅੰਤ ਨਾ ਪਾਰਾਵਾਰ। ਫਿਰ ਮਹਾਰਾਜ ਅਸੀਂ ਤੇ ਭੁੱਲਣਹਾਰ ਹਾਂ। ਆਪਣੇ ਗੁਨਾਹਾਂ ਨੂੰ ਬਖਸ਼ਾਉਣ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਤਾਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੋ। ਅਰਦਾਸ ਦੇ ਵਿੱਚ ਬਹੁਤ ਵੱਡੀ ਸ਼ਕਤੀ ਹੈ। ਕਿਸੇ ਕਵੀ ਨੇ ਲਿਖਿਆ ਹੈ, मंजूर होती है दुआ जो दिल से होती है, मुश्किल तो ये है जो मुश्किल से होती है। दिलों दुआ करनी बहुत औखी है। अरदासां आपां सारे करते हैं, पर सानू गुरु ते भरोसा नहीं हुंदा। असी गुरु नूं हाज़र नाज़र नहीं समझते, ते फिर साडे गिले भी हुंदे ने। असी जी अरदास भी करवाई, पर साडा ਮਨੋਰਥ ਤੇ ਪੂਰਾ ਹੋਇਆ ਕੋਈ ਨਹੀਂ। ਉਹ ਭਲਿਓ ਲੋਕੋ, ਜਦੋਂ ਸਾਨੂੰ ਗੁਰੂ 'ਤੇ ਭਰੋਸਾ ਹੀ ਨਹੀਂ, ਤੇ ਫਿਰ ਤੁਹਾਡਾ ਮਨੋਰਥ ਕਿਵੇਂ ਪੂਰਾ ਹੋਵੇਗਾ? ਪਹਿਲਾਂ ਗੁਰੂ 'ਤੇ ਪੂਰਨ ਭਰੋਸਾ ਰੱਖਣਾ ਪੈਣਾ। ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਜਗਮਗ ਜੋਤ ਬਿਰਾਜਰੀ ਸ੍ਰੀ ਗੁਰੂ ਗ੍ਰੰਥ ਮਝਾਰ। ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਸੋ ਪਾਤਸ਼ਾਹੀਆਂ ਦੀ ਪ੍ਰਤੱਖ ਜੋਤ ਨੇ। ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਨ ਵੇਲੇ ਇਹ ਭਾਵਨਾ ਤੇ ਭਰੋਸਾ ਸਾਡੇ ਅੰਦਰ ਪੈਦਾ ਹੋਣਾ ਚਾਹੀਦਾ ਵੀ ਦਸੋ ਸਤਿਗੁਰੂ ਸਾਡੇ ਅੱਖਾਂ ਦੇ ਸਾਹਮਣੇ ਖੜੇ ਨੇ, ਹਾਜ਼ਰ ਨਾਜ਼ਰ ਸਮਝ ਕੇ ਅਰਦਾਸ ਕਰਨੀ ਹੈ। ਪ੍ਰਗਟ ਗੁਰਾਂ ਕੀ ਦੇਹ ਐਵੇਂ ਨਹੀਂ ਆਖਿਆ। ਜਦੋਂ ਇਸ ਢੰਗ ਦੇ ਨਾਲ ਅਸੀਂ ਅਰਦਾਸ ਕਰਾਂਗੇ ਤੇ ਸਤਿਗੁਰੂ ਸਾਡੇ ਗੁਨਾਹਾਂ ਨੂੰ ਜ਼ਰੂਰ ਮੁਆਫ ਕਰਨਗੇ। ਉਹਨਾਂ ਦਾ ਬਿਰਦ ਬੜਾ ਦਿਆਲੂ ਕਿਰਪਾਲੂ ਹੈ। ਜੈਸਾ ਬਾਲਕ ਪਾਏ ਸੁਭਾਈ, ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬਹੁੜ ਪਿਤਾ ਗਲ ਲਾਵੈ, ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗਾ ਮਾਰਗ ਪਾਵੈ। ਇਸ ਲਈ ਸਤਿਗੁਰੂ ਸਾਨੂੰ ਸਿੱਖਿਆ ਦਿੰਦੇ ਨੇ, ਭਾਈ ਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਅਰਦਾਸ ਕਰੋ। ਕਿਵੇਂ ਅਰਦਾਸ ਕਰਨੀ ਹੈ? ਅਸੀਂ ਖਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾਵਾਰ। ਹੇ ਸਤਿਗੁਰੂ ਜੀ, ਹੇ ਵਾਹਿਗੁਰੂ ਜੀ, ਅਸੀਂ ਬਹੁਤ ਖਤੇ ਦਾ ਅਰਥ ਹੈ ਗੁਨਾਹ। ਅਸੀਂ ਬਹੁਤ ਵੱਡੇ ਗੁਨਾਹ ਕਰ ਰਹੇ ਹਾਂ, ਬਹੁਤ ਵੱਡੀਆਂ ਵੱਡੀਆਂ ਗਲਤੀਆਂ ਕਰ ਰਹੇ ਹਾਂ। ਆਪਣੇ ਜੀਵਨ ਦੇ ਵਿੱਚ ਬਹੁਤ ਵੱਡੇ ਵੱਡੇ ਪਾਪ ਅਪਰਾਧ ਕਰ ਰਹੇ ਹਾਂ। ਅੰਤ ਨਾ ਪਾਰਾਵਾਰ। ਅਤੇ ਇੰਨੇ ਪਾਪ ਅਤੇ ਅਪਰਾਧ ਕਰਦੇ ਹਾਂ, ਉਹਦੇ ਉਰਵਾਰ ਪਾਰ ਦਾ ਕੋਈ ਅੰਤ ਵੀ ਨਹੀਂ ਪਾਇਆ ਜਾ ਸਕਦਾ। ਹਰ ਕਿਰਪਾ ਕਰਕੇ ਬਖਸ਼ ਲੈਹੋ, ਹਾਂ ਪਾਪੀ ਵਡ ਗੁਨਹਗਾਰ। ਹੇ ਵਾਹਿਗੁਰੂ ਜੀ, ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ। ਅਸੀਂ ਪਾਪੀ ਹਾਂ ਅਤੇ ਵੱਡੇ ਗੁਨਾਹਗਾਰ ਵੀ ਹਾਂ। ਹੁਣ ਤੁਸੀਂ ਕਿਰਪਾ ਕਰਕੇ ਸਾਨੂੰ ਬਖਸ਼ ਲਵੋ।
ਹੋਰ ਕੋਈ ਸਾਨੂੰ ਬਖਸ਼ ਵੀ ਨਹੀਂ ਸਕਦਾ। ਜਦੋਂ ਮਾਝੇ ਦੇ ਸਿੰਘ ਬੇਦਾਵਾ ਲਿਖ ਕੇ ਚਲੇ ਗਏ ਅਤੇ ਬਾਅਦ ਵਿੱਚ ਮਾਤਾ ਭਾਗ ਕੌਰ ਜੀ, ਜਥੇਦਾਰ ਮਹਾਂ ਸਿੰਘ ਜੀ ਨੇ ਉਹਨਾਂ ਦੀ ਅਣਖ ਨੂੰ ਟੁੰਬਿਆ। ਉਹ ਭਲਿਓ ਲੋਕੋ, ਤੁਸੀਂ ਜਦੋਂ ਗੁਰੂ ਨੂੰ ਲੋੜ ਸੀ ਤੁਸੀਂ ਬੇਦਾਵਾ ਲਿਖ ਕੇ ਆ ਗਏ। ਜਾਓ, ਜੇ ਤੁਸੀਂ ਮਰਨ ਤੋਂ ਡਰਦੇ ਹੋ ਚੂੜੀਆਂ ਪਾ ਲਵੋ, ਸਲਵਾਰਾਂ ਪਾ ਲਵੋ, ਬੱਚਿਆਂ ਨੂੰ ਸੰਭਾਲੋ, ਚੁੱਲ੍ਹਾ ਚੌਂਕਾ ਕਰੋ, ਅਸੀਂ ਜਾ ਕੇ ਜੰਗ ਕਰਾਂਗੀਆਂ। ਬੀਬੀਆਂ ਭੈਣਾਂ ਨੇ ਵੀ ਲਾਹਣਤਾਂ ਪਾਈਆਂ। ਫਿਰ ਉਹ ਸਤਿਗੁਰੂ ਦੇ ਪਾਸ ਆ ਜਾਂਦੇ ਨੇ। ਦਿਆਲੂ ਕਿਰਪਾਲੂ ਸਤਿਗੁਰੂ ਉਹਨਾਂ ਨੂੰ ਕਹਿੰਦੇ ਨੇ, ਭਾਈ ਦੱਸੋ ਕਿਵੇਂ ਆਏ ਹੋ। ਕੁਛ ਜਿਹੜੇ ਸਿਆਸੀ ਲੋਕ, ਰਾਜਨੀਤਿਕ ਬੰਦੇ, ਉਹ ਆਪਣੇ ਆਪ ਹੀ ਲੀਡਰ ਬਣ ਜਾਂਦੇ ਨੇ। ਉਹ ਕਹਿੰਦੇ, ਮਹਾਰਾਜ ਅਸੀਂ ਤਾਂ ਤੁਹਾਨੂੰ ਇੱਕ ਬੇਨਤੀ ਕਰਨ ਆਏ ਹਾਂ। ਕਾਹਦੀ ਬੇਨਤੀ? ਬਈ ਤੁਸੀਂ ਸਰਕਾਰ ਦੇ ਨਾਲ ਮੱਥਾ ਲਾਇਆ ਹੋਇਆ, ਤੁਹਾਡਾ ਕਿੰਨਾ ਨੁਕਸਾਨ ਹੋ ਗਿਆ। ਤੁਹਾਡਾ ਪਰਿਵਾਰ ਸਾਰਾ ਪੰਥ ਦੇ ਲੇਖੇ ਲੱਗ ਗਿਆ, ਕੁਛ ਵੀ ਨਹੀਂ ਬਚਿਆ। ਚਾਰੇ ਸਾਹਿਬਜ਼ਾਦੇ, ਮਾਤਾ ਗੁਜਰ ਕੌਰ ਜੀ, ਤੁਹਾਡੇ ਪਿਤਾ ਗੁਰਦੇਵ ਪਹਿਲਾਂ ਸ਼ਹਾਦਤ ਦਾ ਜਾਮ ਪੀ ਗਏ, ਤੁਹਾਡਾ ਬਚਿਆ ਕੱਖ ਨਹੀਂ। ਇਸ ਲਈ ਅਸੀਂ ਤੁਹਾਨੂੰ ਬੇਨਤੀ ਕਰਨ ਆਏ ਹਾਂ ਵੀ ਤੁਸੀਂ ਸਰਕਾਰ ਦੇ ਨਾਲ ਰਾਜੀਨਾਮਾ ਕਰ ਲਵੋ, ਟਕਰਾਅ ਛੱਡ ਦਿਓ, ਲੜਾਈ ਬੰਦ ਕਰ ਦਿਓ, ਹਾਰ ਮੰਨ ਲਵੋ, ਹਥਿਆਰ ਸੁੱਟ ਦਿਓ, ਸਰੈਂਡਰ ਕਰ ਜਾਓ। ਕਲਗੀਧਰ ਪਾਤਸ਼ਾਹ ਰੋਹ ਦੇ ਵਿੱਚ ਆ ਗਏ। ਕਹਿਣ ਲੱਗੇ, ਭਲਿਓ ਲੋਕੋ, ਤੁਹਾਡੀ ਖਾਤਰ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ। ਅਸੀਂ ਸਭ ਕੁਝ ਕੁਰਬਾਨ ਕਰ ਦਿੱਤਾ ਹੈ। ਜੇ ਸਾਨੂੰ ਇਹ ਪਤਾ ਹੁੰਦਾ ਤੁਸੀਂ ਧੋਖਾ ਦੇਣਾ, ਤੁਸੀਂ ਸਾਡੇ ਪੁੱਤਰ ਬਣਨਾ ਹੀ ਨਹੀਂ, ਤੇ ਅਸੀਂ ਇਹ ਕਾਹਨੂੰ ਤੁਹਾਡੇ ਲਈ ਕੁਰਬਾਨੀ ਕਰਦੇ। ਜਾਓ, ਇਹੋ ਜਿਹੇ ਚਾਲਬਾਜ਼, ਬੋਝਦਿਲ, ਕਾਇਰ ਕਮੀਨੇ ਲੋਕਾਂ ਦੀ ਸਾਨੂੰ ਕੋਈ ਲੋੜ ਨਹੀਂ ਹੈ। ਜਿੱਧਰੋਂ ਆਇਓ ਚਲੇ ਜਾਓ ਵਾਪਸ। ਫਿਰ ਜਿਹੜੇ ਅਣਖ ਵਾਲੇ ਗੁਰੂ ਦੇ ਪਿਆਰ ਵਾਲੇ ਸਿੰਘ ਸਨ 40, ਉਹਨਾਂ ਨੇ ਗੁਰੂ ਮਹਾਰਾਜ ਦੇ ਅੱਗੇ ਹੱਥ ਜੋੜੇ, ਕਹਿਣ ਲੱਗੇ, ਮਹਾਰਾਜ ਅਸੀਂ ਤੁਹਾਨੂੰ ਛੱਡ ਕੇ ਨਹੀਂ ਜਾਣਾ। ਦੂਜੇ ਚਲੇ ਗਏ। ਰਾਜਨੀਤਿਕ ਬੰਦੇ ਕਦੋਂ ਮਰਨ ਵੇਲੇ ਖੜ੍ਹਦੇ ਨੇ, ਉਹ ਤਾਂ ਜਦੋਂ ਸਰੋਪੋਂ ਮਿਲਣੇ ਹੋਣ ਤੇ ਨਾਲ ਫੋਟੋਗ੍ਰਾਫੀ ਹੁੰਦੀ ਹੋਵੇ, ਉਸ ਵੇਲੇ ਮੂਹਰੇ ਹੋ ਕੇ ਖੜ੍ਹਦੇ ਨੇ। ਪਰ ਜਦੋਂ ਪੰਥ 'ਤੇ ਮੁਸੀਬਤ ਪੈਂਦੀ ਹੈ, ਕੁਰਬਾਨੀ ਦੀ ਲੋੜ ਹੁੰਦੀ, ਕੋਈ ਲੀਡਰ ਬੰਦਾ ਨਹੀਂ ਉੱਥੇ ਖੜ੍ਹਦਾ। ਸਾਰੇ ਲੁਕ ਜਾਂਦੇ ਨੇ ਅਤੇ ਜਾਂ ਫਿਰ ਹੱਥ ਖੜ੍ਹੇ ਕਰਕੇ ਉੱਥੋਂ ਭੱਜ ਜਾਂਦੇ ਨੇ। ਸਿਆਸੀ ਲੋਕਾਂ ਦਾ ਇਹ ਕੰਮ ਹੁੰਦਾ ਅਤੇ ਧਰਮੀ ਬੰਦੇ ਫਿਰ ਉੱਥੇ ਕੁਰਬਾਨੀਆਂ ਕਰਦੇ ਨੇ। ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੇ ਝੂਠੇ ਲੀਡਰ ਬਣੇ ਹੋਏ ਸਨ, ਉਹਨਾਂ ਨੂੰ ਭਜਾ ਦਿੱਤਾ। ਜਿਹੜੇ ਮਰ ਜੀਵੜੇ ਰਹਿ ਗਏ 40 ਪਿੱਛੇ, ਫਿਰ ਉਹਨਾਂ ਸੋਚਿਆ ਵੀ ਗੁਰੂ ਮਹਾਰਾਜ ਦੀ ਖਾਤਰ ਆਪਾਂ ਹੁਣ ਸਿਰ ਧੜ ਦੀਆਂ ਬਾਜ਼ੀਆਂ ਲਾਉਣੀਆਂ ਨੇ। ਵਜੀਦੇ ਦੀ ਫੌਜ ਚੜ੍ਹ ਕੇ ਆ ਰਹੀ ਹੈ, ਆਪਾਂ ਉਹਦਾ ਮੁਕਾਬਲਾ ਕਰਨਾ। ਗੁਰੂ ਮਹਾਰਾਜ ਤੱਕ ਜਿਉਂਦੇ ਜੀ ਵਜੀਦੇ ਦੀ ਫੌਜ ਨੂੰ ਜਾਣ ਨਹੀਂ ਦੇਵਾਂਗੇ। ਸਾਡੀਆਂ ਲਾਸ਼ਾਂ ਉਤੋਂ ਦੀ ਲੰਘ ਕੇ ਫੌਜ ਜਾ ਸਕਦੀ ਹੈ, ਪਰ ਅਸੀਂ ਜਿਉਂਦੇ ਜੀ ਉਹਨਾਂ ਨੂੰ 1 ਇੰਚ ਵੀ ਅੱਗੇ ਨਹੀਂ ਵਧਣ ਦੇਵਾਂਗੇ। ਉਹ 40 ਸਿੰਘਾਂ ਨੇ ਫਿਰ ਕੁਰਬਾਨੀਆਂ ਕੀਤੀਆਂ ਅਤੇ ਭਾਈ ਮਹਾਂ ਸਿੰਘ ਜਥੇਦਾਰ ਸੀ, ਮਾਤਾ ਭਾਗ ਕੌਰ ਉਹ ਜਥੇ ਦੀ ਅਗਵਾਈ ਕਰ ਰਹੀ ਸੀ। ਅਤੇ ਫਿਰ ਜਦੋਂ ਖਿਦਰਾਣੇ ਦੀ ਢਾਬ ਦਾ ਜੰਗ ਸੰਪੂਰਨ ਹੋਇਆ ਅਤੇ ਗੁਰੂ ਮਹਾਰਾਜ ਉਸ ਵੇਲੇ ਟਿੱਬੀ ਸਾਹਿਬ ਸਨ, ਉੱਥੋਂ ਖਲੋ ਕੇ ਜਿਹੜੇ ਦੁਸ਼ਮਣ ਦੇ ਵੱਡੇ ਵੱਡੇ ਜਰਨੈਲ ਸਨ ਉਹਨਾਂ ਨੂੰ
ਤੀਰਾਂ ਦੇ ਨਾਲ ਫੁੰਡ ਰਹੇ ਸਨ। ਵਜੀਦੇ ਦਾ ਇੱਕ ਭਤੀਜਾ ਮਾਰਿਆ ਗਿਆ, ਵੱਡੇ ਵੱਡੇ ਜਰਨੈਲ ਮਾਰੇ ਗਏ, ਤੇ ਗਰਮੀ ਦੀ ਰੁੱਤ ਸੀ, ਪਿਆਸ ਲੱਗੀ ਸੂਰਬੀਰਾਂ ਨੂੰ। ਵਜੀਦਾ ਕਪੂਰੇ ਨੂੰ ਕਹਿਣ ਲੱਗਾ ਵੀ ਪਾਣੀ ਕਿੱਥੋਂ ਮਿਲ ਸਕਦਾ ਹੈ? ਉਹ ਕਹਿਣ ਲੱਗਾ ਜੇ ਪਿੱਛੇ ਜਾਵਾਂਗੇ 4 ਕੋਹ 'ਤੇ ਪਾਣੀ ਮਿਲ ਸਕਦਾ ਹੈ, ਜੇ ਅੱਗੇ ਜਾਵਾਂਗੇ ਤੇ 10 ਕੋਹ 'ਤੇ ਮਿਲੇਗਾ। ਫਿਰ ਉਹ ਕਹਿਣ ਲੱਗਾ ਫਿਰ ਤੇ ਪਿੱਛੇ ਜਾਣਾ ਸਾਡੇ ਲਈ ਠੀਕ ਰਹਿ ਸਕਦਾ। ਪਾਣੀ ਦੀ ਸਖਤ ਲੋੜ ਹੁੰਦੀ ਹੈ, ਤੇ ਮਾਲਵੇ ਵਿੱਚ ਪਾਣੀ ਦੀ ਉਸ ਵੇਲੇ ਘਾਟ ਸੀ। ਹੁਣ ਵੀ ਘਾਟ ਹੈ, ਪਰ ਉਸ ਵੇਲੇ ਤੇ ਕੋਈ ਨਦੀਆਂ ਨਹਿਰਾਂ ਵੀ ਨਹੀਂ ਸਨ। ਤੇ ਹੁਣ ਉਹ ਜਦੋਂ ਪਿੱਛੇ ਮੁੜਨ ਦਾ ਫੈਸਲਾ ਕੀਤਾ, ਵਜੀਦਾ ਕਹਿਣ ਲੱਗਾ ਮੇਰਾ ਭਤੀਜਾ ਮਰ ਗਿਆ ਹੈ, ਮੇਰੇ ਜਰਨੈਲ ਮਾਰੇ ਗਏ ਨੇ, ਕਈ ਰਿਸ਼ਤੇਦਾਰ ਵੀ ਮਾਰੇ ਗਏ ਨੇ, ਉਹਨਾਂ ਦਾ ਆਪਾਂ ਅੰਤਮ ਸੰਸਕਾਰ ਤੇ ਕਰ ਦਈਏ, ਉਹਨਾਂ ਨੂੰ ਦਫਨਾ ਦਈਏ ਤੇ ਫਿਰ ਜਾਂਦੇ ਹਾਂ। ਕਪੂਰਾ ਕਹਿਣ ਲੱਗਾ ਕਿਧਰੇ ਉਹਨਾਂ ਦੀਆਂ ਕਬਰਾਂ ਪੱਟਦੇ ਆਪਦੀਆਂ ਕਬਰਾਂ ਨਾ ਪਟਾ ਲਿਓ। ਜੇ ਤੁਹਾਨੂੰ ਜਾਨ ਪਿਆਰੀ ਹੈ, ਜਹਾਨ ਪਿਆਰਾ ਹੈ, ਛੱਡੋ ਇਹਨਾਂ ਦਾ ਮੋਹ, ਮੁੜੋ ਵਾਪਸ, ਆਪਣੀ ਜਾਨ ਬਚਾ ਲਵੋ। ਤੇ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਟਿੱਬੀ ਸਾਹਿਬ ਤੋਂ ਚੱਲ ਕੇ ਖਦਰਾਣੇ ਦੀ ਢਾਬ 'ਤੇ ਪਹੁੰਚਦੇ ਨੇ। ਮੁਕਤਸਰ ਸਾਹਿਬ ਜੀ ਦਾ ਇਤਿਹਾਸ ਹੈ, ਜਿੰਨੀਆਂ ਕਦਮਾਂ ਕੋਈ ਸੂਰਮਾ ਅੱਗੇ ਵੱਧ ਕੇ ਲੜਿਆ ਤੇ ਗੁਰੂ ਮਹਾਰਾਜ ਨੇ ਉਹਨੂੰ ਵਰਦਾਨ ਦਿੱਤੇ। ਇਹ ਸੂਰਬੀਰ 5000 ਹੋਵੇਗਾ, ਇਹ 10,000 ਹੋਵੇਗਾ, ਇਹ 20,000 ਹੋਵੇਗਾ, ਇਹ 30,000 ਹੋਵੇਗਾ। ਇਹਦੇ ਪਿੱਛੇ ਕਾਰਨ ਹੈ ਜਿਹੜਾ ਇਤਿਹਾਸਕਾਰਾਂ ਨੇ ਲਿਖਿਆ ਵੀ ਇਹ ਇੰਨੀਆਂ ਫੌਜਾਂ ਦਾ ਮਾਲਕ ਹੋਵੇਗਾ। ਮਿਸਲਾਂ ਦਾ ਰਾਜ ਹੋਇਆ ਨਾ, ਉਸ ਵੇਲੇ ਗੁਰੂ ਮਹਾਰਾਜ ਦੇ ਬਚਨ ਪੂਰੇ ਵੀ ਹੋਏ। ਤੇ ਜਾਂ ਇਸ ਦਾ ਦੂਜਾ ਇਹ ਵੀ ਮਤਲਬ ਸੀ 5,000 10,000 ਦਾ, ਵੀ ਇੰਨੇ ਇਲਾਕਿਆਂ ਦੇ ਇਹ ਮਾਲਕ ਹੋਣਗੇ, ਇਹਨਾਂ ਨੂੰ ਇੰਨੀ ਇਨਕਮ ਆਮਦਨ ਆਇਆ ਕਰੇਗੀ। ਇਸ ਢੰਗ ਦੇ ਨਾਲ ਗੁਰੂ ਮਹਾਰਾਜ ਨੇ ਉਹਨਾਂ ਨੂੰ ਵਰਦਾਨ ਦਿੱਤੇ। ਤੇ ਜਦੋਂ ਮਹਾਂ ਸਿੰਘ ਦੀ ਭਾਲ ਕੀਤੀ, ਉਹ ਹਾਲੇ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਸੀ, ਸ਼ਹੀਦੀ ਨਹੀਂ ਸੀ ਪ੍ਰਾਪਤ ਕੀਤੀ। ਹਾਜ਼ੂਰ ਨੇ ਉਸ ਨੂੰ ਆਪਣੇ ਕੋਲ ਬੁਲਾਇਆ, ਸਿੰਘ ਚੁੱਕ ਕੇ ਲੈ ਆਏ, ਪੱਟਾਂ ਵਿੱਚ ਸੀਸ ਰੱਖਿਆ। ਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਭਾਈ ਮਹਾਂ ਸਿੰਘ, ਤੇਰੀ ਕੁਰਬਾਨੀ ਤੋਂ ਅਸੀਂ ਖੁਸ਼ ਹਾਂ, ਮੰਗ ਜੋ ਮੰਗਣਾ ਹੈ। ਨੀਮ ਬੇਹੋਸ਼ੀ ਦੀ ਹਾਲਤ ਵਿੱਚ ਸੀ। ਪਹਿਲਾਂ ਤਾਂ ਇਸ ਨੂੰ ਪਤਾ ਨਹੀਂ ਲੱਗਿਆ ਮੈਂ ਕਿੱਥੇ ਹਾਂ, ਸਰੀਰ ਦੀ ਸੁੱਧ ਬੁੱਧ ਨਹੀਂ ਸੀ। ਤੇ ਜਦੋਂ ਗੁਰੂ ਮਹਾਰਾਜ ਦੇ ਅੰਮ੍ਰਿਤਮਈ ਬਚਨ ਇਹਦੇ ਕੰਨਾਂ ਵਿੱਚ ਪਏ ਤੇ ਇਹਨੂੰ ਹੋਸ਼ ਆ ਗਈ, ਅੱਖਾਂ ਖੋਲ੍ਹੀਆਂ। ਕੀ ਵੇਖਦਾ ਹੈ? ਮੇਰਾ ਸੀਸ ਕਲਗੀਧਰ ਪਾਤਸ਼ਾਹ ਦੇ ਪੱਟਾਂ 'ਤੇ ਹੈ। ਗੁਰੂ ਮਹਾਰਾਜ ਆਪਣੇ ਕਰ ਕਮਲਾਂ ਦੇ ਵਿੱਚ ਰੁਮਾਲ ਲੈ ਕੇ ਮੇਰਾ ਮੂੰਹ ਸਾਫ਼ ਕਰ ਰਹੇ ਨੇ। ਉਹ ਸਾਰਾ ਕੁਝ ਨਜ਼ਾਰਾ ਦੇਖ ਕੇ ਭਾਈ ਮਹਾਂ ਸਿੰਘ ਇੰਨਾ ਪ੍ਰਸੰਨ ਹੋਇਆ, ਹੈਰਾਨ ਹੋਇਆ। ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੁੱਝਿਆ ਤਿਸ ਆਇਆ ਸਵਾਦ। ਸਾਰਾ ਕੁਝ ਹੀ ਭੁੱਲ ਗਿਆ। ਕਹਿਣ ਲੱਗਾ ਸੱਚੇ ਪਾਤਸ਼ਾਹ ਹੁਣ ਹੋਰ ਕੁਝ ਨਹੀਂ ਚਾਹੀਦਾ, ਅੰਤਮ ਸਮੇਂ ਤੁਹਾਡੇ ਦਰਸ਼ਨ ਹੋਏ ਨੇ, ਹੁਣ ਮੈਨੂੰ ਆਗਿਆ ਦਿਓ, ਮੈਂ ਵੀ ਆਪਣੇ ਦੂਜੇ ਸਾਥੀਆਂ ਨਾਲ, ਸ਼ਹੀਦਾਂ ਦੇ ਨਾਲ ਮੈਂ ਵੀ ਜਾ ਕੇ ਰਲ ਕੇ ਸੱਚਖੰਡ ਵਿੱਚ ਪਹੁੰਚ ਜਾਵਾਂ, ਹੋਰ ਮੈਨੂੰ ਕੁਝ ਨਹੀਂ ਚਾਹੀਦਾ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਮਹਾਂ ਸਿੰਘ ਕੁਝ ਭੁੱਲ ਰਿਹਾ ਹੈ। ਯਾਦ ਕਰਵਾਉਂਦੇ ਨੇ, ਤੂੰ ਕਾਹਦੇ ਵਾਸਤੇ ਕੁਰਬਾਨੀਆਂ ਕੀਤੀਆਂ ਨੇ? ਆ ਨਾਲ 40 ਸਿੰਘਾਂ ਨੂੰ ਲੈ ਕੇ ਆਇਆ, ਕਾਹਦੇ ਲਈ ਲੜਿਆ ਮਰਿਆ? ਯਾਦ ਕਰ। ਫਿਰ ਕਹਿਣ ਲੱਗਾ ਸੱਚੇ ਪਾਤਸ਼ਾਹ ਆ ਗਿਆ ਯਾਦ, ਕਿਰਪਾ ਕਰੋ ਜੇ ਆਪ ਤੁਰਠੇ ਹੋ, ਟੁੱਟੀ ਗੰਢ ਲਵੋ, ਹੋਰ ਕੁਝ ਨਹੀਂ ਚਾਹੀਦਾ, ਟੁੱਟੀ ਗੰਢ ਲਵੋ। ਹਾਜ਼ੂਰ ਕਹਿਣ ਲੱਗੇ ਮਹਾਂ ਸਿੰਘ ਜੋ ਟੁੱਟ ਗਈ ਸੋ ਨਖੁੱਟ ਗਈ, ਤੂੰ ਆਪਣੇ ਲਈ ਮੰਗ ਲੈ ਕੁਛ। ਦੁਨੀਆ ਦਾ ਰਾਜ ਚਾਹੀਦਾ, ਸਵਰਗ ਦਾ ਰਾਜ ਚਾਹੀਦਾ, 4 ਜੁਗਾਂ ਲੰਬੇਰੀ ਉਮਰ ਕਰ ਦਈਏ, ਦੱਸ ਕੀ ਚਾਹੀਦਾ, ਸਭ ਕੁਛ ਦੇਵਾਂਗੇ।
ਭਾਈ ਮਹਾਂ ਸਿੰਘ ਕਹਿਣ ਲੱਗਾ, ਮਹਾਰਾਜ ਮੈਨੂੰ ਕੁਝ ਨਹੀਂ ਚਾਹੀਦਾ, ਬਸ ਟੁੱਟੀ ਗੰਢ ਲਵੋ, ਹੋਰ ਕੁਝ ਨਹੀਂ ਚਾਹੀਦਾ। ਤੀਜੀ ਵਾਰੀ ਸਤਿਗੁਰੂ ਕਹਿਣ ਲੱਗੇ, ਭਾਈ ਮਹਾਂ ਸਿੰਘ ਤੂੰ ਆਪਣੇ ਲਈ ਮੰਗ ਲੈਂਦਾ ਚੰਗੀ ਗੱਲ ਸੀ, ਪਰ ਜਿਹੜੇ ਗੁਰੂ ਤੋਂ ਬੇਮੁਖ ਹੋ ਕੇ ਚਲੇ ਗਏ ਨੇ ਉਹਨਾਂ ਲਈ ਤੂੰ ਬਾਰ-ਬਾਰ ਸਾਨੂੰ ਮਜਬੂਰ ਕਿਉਂ ਕਰਦਾ ਹੈ? ਤੇ ਭਾਈ ਮਹਾਂ ਸਿੰਘ ਦਾ ਜਵਾਬ ਸੀ, ਸੱਚੇ ਪਾਤਸ਼ਾਹ ਗੁਰੂ ਦਾ ਸਿੱਖ ਸਵਾਰਥੀ ਨਹੀਂ ਹੁੰਦਾ, ਪ੍ਰਯੋਜਨੀ ਨਹੀਂ ਹੁੰਦਾ, ਉਹ ਪਰਉਪਕਾਰੀ ਹੁੰਦਾ, ਉਹ ਦੂਜਿਆਂ ਦਾ ਭਲਾ ਸੋਚਦਾ। ਮੈਂ ਆਪਣੇ ਇਲਾਕੇ ਦੀ ਸੋਚਦਾ ਹਾਂ, ਮੈਨੂੰ ਆਪਣੀ ਕੋਈ ਚਿੰਤਾ ਨਹੀਂ, ਮੈਨੂੰ ਆਪਣਾ ਕੋਈ ਫਿਕਰ ਨਹੀਂ। ਜਿਹੜੀ ਟੁੱਟ ਜਾਂਦੀ ਹੈ ਤੇ ਨਖੁੱਟ ਜਾਂਦੀ ਹੈ, ਇਸ ਲਈ ਮਹਾਰਾਜ ਤੁਸੀਂ ਟੁੱਟੀ ਗੰਢ ਲਵੋ। ਉਸੇ ਵੇਲੇ ਕਲਗੀਧਰ ਪਾਤਸ਼ਾਹ ਨੇ ਆਖਿਆ, ਆਪਣੀ ਜੇਬ ਦੇ ਵਿੱਚੋਂ ਬਦਾਵੇ ਵਾਲਾ ਕਾਗਜ਼ ਕੱਢਿਆ, ਕਹਿਣ ਲੱਗੇ, ਭਾਈ ਮਹਾਂ ਸਿੰਘ ਜਦੋਂ ਤੁਸਾਂ ਬਦਾਵਾ ਲਿਖਿਆ ਸੀ ਸਾਨੂੰ ਇਹ ਗੱਲ ਪੱਕੀ ਯਾਦ ਸੀ ਵੀ ਤੁਸੀਂ ਪੁੱਲ ਭੁਲਾ ਕੇ ਮੁੜ ਕੇ ਫਿਰ ਆਓਗੇ। ਅਸੀਂ ਹੋਰ ਸਭ ਕੁਝ ਛੱਡ ਕੇ ਆਏ ਹਾਂ, ਕੋਈ ਚੀਜ਼ ਆਪਣੇ ਨਾਲ ਨਹੀਂ ਰੱਖੀ, ਘੋੜਾ ਵੀ, ਬਾਜ ਵੀ, ਤਾਜ ਵੀ, ਪਰਿਵਾਰ ਵੀ, ਸਾਹਿਬਜ਼ਾਦੇ ਵੀ, ਮਾਤਾ ਪਿਤਾ, ਸਭ ਕੁਝ ਅਸੀਂ ਪੰਥ ਦੇ ਲੇਖੇ ਲਾਏ ਹਾਂ। ਔਰ 4 ਉਂਗਲਾਂ ਦਾ ਕਾਗਜ਼ ਇਹ ਅਸੀਂ ਸੰਭਾਲ ਕੇ ਰੱਖਿਆ ਹੋਇਆ ਸੀ। ਸਾਨੂੰ ਪਤਾ ਸੀ ਤੁਸੀਂ ਆਓਗੇ, ਇਹ ਬਦਾਵਾ ਪਾੜਨਾ ਹੀ ਪੈਣਾ। ਚੰਗਾ ਹੋਇਆ ਤੁਸੀਂ ਆ ਗਏ। ਇੰਨਾ ਕਹਿ ਕੇ ਹਜ਼ੂਰ ਨੇ ਉਹ ਕਾਗਜ਼ ਹੱਥ ਵਿੱਚ ਫੜਿਆ, ਨਾਲ ਇਹ ਪੰਕਤੀਆਂ ਪੜ੍ਹੀਆਂ, ਟੂਟੀ ਗੰਢ ਅਨਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ, ਤੇ ਬਦਾਵੇ ਦਾ ਕਾਗਜ਼ ਪਾੜ ਕੇ ਸੁੱਟ ਦਿੱਤਾ। ਕਹਿਣ ਲੱਗੇ, ਮਹਾਂ ਸਿੰਘ ਖੁਸ਼ ਹੈ? ਕਹਿੰਦਾ, ਹਾਂ ਮਹਾਰਾਜ ਖੁਸ਼ ਹਾਂ। ਸਤਿਗੁਰੂ ਕਹਿਣ ਲੱਗੇ, ਫਿਰ ਹੁਣ ਮੰਗ ਲੈ ਕੁਛ ਆਪਣੇ ਲਈ। ਕਹਿੰਦਾ, ਆਪਣੇ ਲਈ ਕੀ ਮੰਗਣਾ ਹੈ? ਬਸ ਹੁਣ ਸ਼ਹੀਦ ਸਿੰਘ ਮੈਨੂੰ ਉਡੀਕ ਰਹੇ ਨੇ। ਉਹ ਗੁਰੂ ਤੋਂ ਬੇਮੁਖ ਹੋ ਕੇ ਉਹਨਾਂ ਨੇ ਭਾਵੇਂ ਕੁਰਬਾਨੀਆਂ ਵੀ ਕੀਤੀਆਂ ਨੇ, ਸਿਰ ਧੜ ਦੀਆਂ ਬਾਜ਼ੀਆਂ ਵੀ ਲਾਈਆਂ ਨੇ, ਪਰ ਉਹਨਾਂ ਨੂੰ ਸੱਚਖੰਡ ਵਿੱਚ ਜਾਣ ਦੀ ਆਗਿਆ ਨਹੀਂ ਮਿਲ ਰਹੀ। ਸੱਚਖੰਡ ਦੇ ਬੂਹੇ ਮੂਹਰੇ ਖੜੇ ਨੇ ਤੇ ਉਹਨਾਂ ਨੂੰ ਪਹਿਰੇਦਾਰ ਅੰਦਰ ਨਹੀਂ ਜਾਣ ਦਿੰਦੇ। ਉਹ ਮੇਰੇ ਵੱਲ ਤੱਕ ਰਹੇ ਨੇ, ਮੇਰੀ ਉਡੀਕ ਕਰ ਰਹੇ ਨੇ, ਤੂੰ ਬਦਾਵਾ ਪੜਵਾ, ਫਿਰ ਸਾਨੂੰ ਸੱਚਖੰਡ ਵਿੱਚ ਜਾਣ ਦੀ ਆਗਿਆ ਮਿਲ ਸਕਦੀ ਹੈ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਇਸ ਲਈ ਮਹਾਰਾਜ ਤੁਸੀਂ ਕਿਰਪਾ ਕਰੋ, ਮੈਂ ਉਹਨਾਂ ਸ਼ਹੀਦਾਂ ਨੂੰ ਨਾਲ ਲੈ ਕੇ ਸੱਚਖੰਡ ਵਿੱਚ ਚਲਿਆ ਜਾਵਾਂ। ਹਜ਼ੂਰ ਕਹਿਣ ਲੱਗੇ, ਜਿਵੇਂ ਤੇਰੀ ਮਰਜ਼ੀ। ਤਾਂ ਉਸ ਵੇਲੇ ਮਹਾਂ ਸਿੰਘ ਨੇ ਹੱਥ ਜੋੜ ਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਤੇ ਸੱਚਖੰਡ ਪਹੁੰਚ ਗਿਆ। ਇਹ ਹੈ ਸਾਡਾ ਇਤਿਹਾਸ। ਅਸੀਂ ਖਤੇ ਬਹੁਤ ਕਮਾਉਂਦੇ, ਹਮ ਪਾਪੀ ਵਡ ਗੁਨਾਹਗਾਰ। ਅਸੀਂ ਗਲਤੀਆਂ ਕਰਦੇ ਹਾਂ, ਪਰ ਸਤਿਗੁਰੂ ਬਖਸ਼ਿੰਦ ਨੇ, ਸਾਡੀਆਂ ਵੱਡੀਆਂ ਵੱਡੀਆਂ ਗਲਤੀਆਂ ਨੂੰ ਮਾਫ ਕਰ ਦਿੰਦੇ ਨੇ। ਆਪਣੇ ਪਿਓ ਨੂੰ ਇਹ ਲਿਖ ਦੇਣਾ, ਤੂੰ ਸਾਡਾ ਪਿਓ ਹੀ ਨਹੀਂ, ਅਸੀਂ ਤੇਰੇ ਪੁੱਤ ਹੀ ਨਹੀਂ, ਇਦੋਂ ਵੱਡੀ ਗਲਤੀ ਹੋਰ ਕੀ ਹੋ ਸਕਦੀ ਹੈ? ਇਦੋਂ ਵੱਡਾ ਗੁਨਾਹ ਹੋਰ ਕੀ ਹੋ ਸਕਦਾ ਹੈ? ਪਰ ਧੰਨ ਨੇ ਸਾਡੇ ਸਤਿਗੁਰੂ ਦਿਆਲੂ ਕਿਰਪਾਲੂ, ਉਹ ਵੱਡੇ ਵੱਡੇ ਗੁਨਾਹਾਂ ਨੂੰ ਵੀ ਮਾਫ ਕਰ ਦਿੰਦੇ ਨੇ। ਪਰ ਸੱਚੇ ਮਨ ਦੇ ਨਾਲ ਗੁਰੂ ਦੇ ਚਰਨਾਂ ਵਿੱਚ ਆ ਜਾਵੇ ਤੇ ਅਰਦਾਸ ਕਰੇ। ਅਸੀਂ ਖਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲੈਹੋ, ਹਮ ਪਾਪੀ ਵਡ ਗੁਨਾਹਗਾਰ। ਤੇ ਭਾਈ ਸਤਿਗੁਰੂ ਮਾਫ ਕਰ ਦਿੰਦੇ ਹਨ। ਹਰ ਜੀਉ ਲੇਖੈ ਵਾਰ ਨਾ ਆਵਈ, ਤੂੰ ਬਖਸ਼ ਮਿਲਾਵਣ ਹਾਰ। ਹੇ ਵਾਹਿਗੁਰੂ ਜੀ, ਜੇ ਤੁਸੀਂ ਸਾਡੇ ਕਰਮਾਂ ਦਾ ਲੇਖਾ ਹਿਸਾਬ ਕਿਤਾਬ ਕਰਨ ਲੱਗ ਪਏ, ਵਾਰ ਨਾ ਆਵੇ, ਫਿਰ ਸਾਡੇ ਪਾਪਾਂ ਦਾ, ਗੁਨਾਹਾਂ ਦਾ ਲੇਖਾ ਕਰਦਿਆਂ ਹੋਇਆਂ ਸਾਡੀ ਵਾਰੀ ਨਹੀਂ ਆ ਸਕਦੀ। ਅਸੀਂ ਬਖਸ਼ੇ ਨਹੀਂ ਜਾ ਸਕਦੇ, ਅਸੀਂ ਮਾਫ ਨਹੀਂ ਹੋ ਸਕਦੇ। ਤੂੰ ਬਖਸ਼ ਮਿਲਾਵਣ ਹਾਰ, ਤੂੰ ਦਿਆਲੂ ਕਿਰਪਾਲੂ ਹੈ ਕਿ ਅਫੁੱਲ ਗੁਨਾਹਾਂ ਹੈ ਕਿ ਸ਼ਾਹਾਨ ਸ਼ਾਹ ਹੈ। ਤੂੰ ਸਾਡੇ ਸਾਰੇ ਗੁਨਾਹਾਂ ਨੂੰ ਬਖਸ਼ ਕੇ
ਤੇ ਆਪਣੇ ਨਾਲ ਮਿਲਾਉਣ ਵਾਲਿਆਂ ਤੇ ਸਾਨੂੰ ਵੀ ਮਿਲਾ ਲੈ। ਗੁਰ ਤੁਠੈ ਹਰ ਪ੍ਰਭ ਮੇਲਿਆ ਸਭ ਕਿਲ ਵਿਖ ਕਟ ਵਿਕਾਰ। ਲੋ ਜਦੋਂ ਗੁਰਸਿੱਖ ਸੱਚੀ ਭਾਵਨਾ ਦੇ ਨਾਲ ਗੁਰੂ ਚਰਨਾਂ ਵਿੱਚ ਆ ਕੇ ਅਰਦਾਸ ਕਰਦਾ ਹੈ, ਗੁਰ ਤੁਠੈ ਪ੍ਰਭ ਮਿਲਿਆ, ਗੁਰੂ ਮਹਾਰਾਜ ਨੇ ਪ੍ਰਸੰਨ ਹੋ ਕੇ ਤੇ ਸਾਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਲ ਮੇਲ ਦਿੱਤਾ। ਮਿਲਿਆ ਕਿਵੇਂ? ਸਭ ਕਿਲ ਵਿਖ ਕਟ ਵਿਕਾਰ, ਜਿੰਨੇ ਕਿਲ ਵਿਖ ਦਾ ਅਰਥ ਹੈ ਬੱਜਰ ਪਾਪ ਕੀਤੇ ਸਨ, ਕੁਰੈਤਾਂ ਕੀਤੀਆਂ ਸਨ, ਬ੍ਰਾਹਮਣ ਕੈਲੀ ਘਾਤ ਕੰਜਕਾ ਵਰਗੇ ਵੱਡੇ ਵੱਡੇ ਅਪਰਾਧ ਬੱਜਰ ਘੋਰ ਪਾਪ ਕੀਤੇ ਸਨ, ਤੇ ਨਾਲ ਵਿਕਾਰਾਂ ਨੂੰ ਕੱਟ ਕੇ ਤੇ ਗੁਰੂ ਮਹਾਰਾਜ ਨੇ ਵਾਹਿਗੁਰੂ ਦੇ ਨਾਲ ਮੇਲ ਕਰਵਾ ਦਿੱਤਾ। ਜਿਨਾ ਹਰ ਹਰ ਨਾਮ ਧਿਆਇਆ ਜਨ ਨਾਨਕ ਤਿਨ ਜੈਕਾਰ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਨੇ ਉਸ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ, ਹਰ ਹਰ ਨਾਮ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਿਨ੍ਹਾਂ ਨੇ ਵਾਹਿਗੁਰੂ ਨਾਮ ਨੂੰ ਧਿਆਇਆ ਹੈ। ਵਾਹਿਗੁਰੂ ਗੁਰ ਮੰਤਰ ਹੈ, ਜਨ ਨਾਨਕ ਤਿਨ ਜੈਕਾਰ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਤਿੰਨ ਜੈਕਾਰ ਅਸੀਂ ਉਹਨਾਂ ਦੀ ਜੈ ਜੈਕਾਰ ਕਰਦੇ ਹਾਂ। ਦੂਸਰਾ ਜੈਕਾਰ ਦਾ ਅਰਥ ਨਮਸਕਾਰ ਵੀ ਹੈ, ਅਸੀਂ ਉਹਨਾਂ ਨੂੰ ਨਮਸਕਾਰ ਕਰਦੇ ਹਾਂ। ਤੀਸਰਾ ਜੈਕਾਰ ਦਾ ਅਰਥ ਹੈ ਜਨ ਨਾਨਕ ਤਿਨ ਜੈਕਾਰ, ਵੀ ਅਸੀਂ ਉਹਨਾਂ ਦੀ ਹਮੇਸ਼ਾ ਲਈ ਜਿੱਤ ਲਈ ਅਰਦਾਸ ਕਰਦੇ ਹਾਂ। ਉਹ ਆਪਣੇ ਜੀਵਨ ਦੀ ਬਾਜੀ ਨੂੰ ਜਿੱਤ ਕੇ ਜਾਣ, ਤੇ ਉਹ ਜਿੱਤ ਕੇ ਹੀ ਜਾਂਦੇ ਹਨ। ਇਹ ਹੈ ਪਾਵਨ ਵਾਰਾਂ ਵਧੀਕ ਸ਼ਲੋਕਾਂ ਦੀ ਵਿਚਾਰ ਜੋ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਸਤਿਗੁਰੂ ਮਿਹਰ ਕਰਨ ਇਸ ਗੁਰਬਾਣੀ ਕਥਾ ਦਾ ਭਾਵ ਸਾਡੇ ਹਿਰਦੇ ਵਿੱਚ ਵਸਾਉਣ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਗੁਰ ਤੁਠੈ ਹਰ ਪ੍ਰਭ ਮੇਲਿਆ ਸਭ ਕਿਲ ਵਿਖ ਕਟ ਵਿਕਾਰ। ਜਿਨਾ ਹਰ ਹਰ ਨਾਮ ਧਿਆਇਆ ਜਨ ਨਾਨਕ ਤਿਨ ਜੈਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।